ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਸੋਹਣਾ ਸਮਾਂ ਪ੍ਰਾਪਤ ਹੋਇਆ ਹੈ ਗੁਰੂ ਇਤਿਹਾਸ ਨੂੰ, ਸਿੱਖ ਇਤਿਹਾਸ ਨੂੰ ਪੜ੍ਹਨ, ਵਾਚਣ ਤੇ ਸਮਝਣ ਦਾ। ਆਓ ਅੱਜ ਬਾਬਾ ਬੁੱਢਾ ਸਾਹਿਬ ਜਿਨ੍ਹਾਂ ਨੇ ਬੇਅੰਤ ਕਾਲ ਕਮਾਈ ਕੀਤੀ ਗੁਰੂ ਘਰ ਦੇ ਵਿੱਚ, ਅੱਜ ਅਸੀਂ ਉਹਨਾਂ ਦੇ ਜੀਵਨ ਵਿੱਚੋਂ, ਉਹਨਾਂ ਦੇ ਜੀਵਨ ਨੂੰ ਸਮਝ ਕੇ ਆਪਣੇ ਜੀਵਨ ਦੇ ਵਿੱਚ ਜੋ ਉਹਨਾਂ ਨੇ ਕਾਰਨਾਮੇ ਕੀਤੇ ਨੇ ਉਹਨਾਂ ਨੂੰ ਲੈ ਕੇ ਆਉਣਾ ਹੈ, ਤਾਂ ਕਿ ਜੋ ਸਾਡਾ ਜੀਵਨ ਹੈ ਉਹ ਸੋਹਣਾ ਤੇ ਸੁਨੱਖਾ ਬਣ ਸਕੇ। ਇਤਿਹਾਸਕ ਵਿਚਾਰਾਂ ਸਾਂਝੀਆਂ ਕਰਨ ਤੋਂ ਪਹਿਲਾਂ ਗੁਰੂ ਪਾਤਸ਼ਾਹ ਜੀ ਦੀ ਫਤਿਹ ਨਾਲ ਸਾਂਝ ਪਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਬੁੱਢਾ ਸਾਹਿਬ ਜੀ ਜਿਨ੍ਹਾਂ ਨੂੰ ਅਸੀਂ ਬੁੱਢਾ ਜੀ ਨਾਮ ਦੇ ਨਾਲ ਯਾਦ ਕਰਦੇ ਹਾਂ, ਉਹਨਾਂ ਦੇ ਪਿੱਛੇ ਵੀ ਇੱਕ ਬੜੀ ਵਿਲੱਖਣ ਕਹਾਣੀ ਹੈ। ਸਭ ਤੋਂ ਪਹਿਲਾਂ ਮੈਂ ਬਾਬਾ ਬੁੱਢਾ ਜੀ ਦੇ ਜਨਮ ਬਾਰੇ, ਉਹਨਾਂ ਦਾ ਜਨਮ ਸਥਾਨ, ਉਹਦੇ ਬਾਰੇ ਜ਼ਿਕਰ ਕਰਾਂਗਾ। ਬਾਬਾ ਬੁੱਢਾ ਜੀ ਦਾ ਜੋ ਪ੍ਰਕਾਸ਼ ਹੈ, ਜੋ ਜਨਮ ਹੈ, ਉਹ ਕੱਥੂ ਨੰਗਲ ਵਿੱਚ ਹੁੰਦਾ ਹੈ। ਕੱਥੂ ਨੰਗਲ ਜਦੋਂ ਅਸੀਂ ਅੰਮ੍ਰਿਤਸਰ ਤੋਂ ਬਟਾਲਾ ਜਾ ਕੇ ਪਠਾਨਕੋਟ ਜਾਣਾ ਹੋਵੇ ਤਾਂ ਜੋ ਉਹ ਸੜਕ ਹੈ ਉਹਦੇ ਬਿਲਕੁਲ ਸੈਂਟਰ ਦੇ ਵਿੱਚ, ਯਾਨੀ ਕਿ ਬਾਬਾ ਬੁੱਢਾ ਸਾਹਿਬ ਜੀ ਦਾ ਉਹ ਜਨਮ ਸਥਾਨ ਕੱਥੂ ਨੰਗਲ, ਅੰਮ੍ਰਿਤਸਰ ਸ਼ਹਿਰ ਤੇ ਬਟਾਲਾ ਸ਼ਹਿਰ ਦੋਨਾਂ ਦੇ ਵਿਚਕਾਰ ਸੈਂਟਰ ਵਿੱਚ ਹੈ। ਤੇ ਇਹਨਾਂ ਦਾ ਜਨਮ ਬਾਬਾ ਬੁੱਢਾ ਜੀ ਦਾ ਭਾਈ ਸੁੱਘਾ ਜੀ ਜੋ ਰੰਧਾਵਾ ਸਨ ਉਹਨਾਂ ਦੇ ਗ੍ਰਹਿ ਵਿਖੇ ਹੁੰਦਾ ਹੈ। ਔਰ ਉਹ ਕਿਉਂਕਿ ਜੋ ਬਾਬਾ ਸੁੱਘਾ ਜੀ ਨੇ, ਇਹਨਾਂ ਦੇ ਵਡੇਰਿਆਂ ਨੇ ਜੋ ਲਾਗੇ ਇੱਕ ਪਿੰਡ ਹੈ ਚਵਿੰਡਾ ਦੇਵੀ, ਉਹਦੀ ਮੋੜੀ ਕੱਢੀ ਸੀ। ਚਵਿੰਡਾ ਦੇਵੀ ਬੜਾ ਮਸ਼ਹੂਰ ਤੇ ਫੇਮਸ ਨਗਰ ਹੈ। ਔਰ ਉੱਥੇ ਹੀ ਜੋ ਇਹਨਾਂ ਦੇ ਵਡੇਰੇ ਜਿਹੜੇ ਨੇ ਉਹ ਰਹਿੰਦੇ ਨੇ। ਔਰ ਮੇਰੇ ਖਿਆਲ ਨਾਲ ਜੋ ਉਹ ਏਰੀਆ ਹੈ ਉੱਥੇ ਕਰੀਬ 22 ਦੇ ਕਰੀਬ ਪਿੰਡ ਨੇ ਜੋ ਰੰਧਾਵਿਆਂ ਦੇ ਨੇ। ਤੇ ਇਹਨਾਂ ਦੇ ਫਾਦਰ ਸਾਹਿਬ ਚੌਧਰੀ ਸਨ। ਉਹਨਾਂ ਤੋਂ ਯਾਨੀ ਕਿ ਜਿਹੜੇ ਉਹ ਇਲਾਕਾ ਸੀਗਾ ਉਹਦੇ ਵਿੱਚ ਮੰਨੇ ਪਰਮੰਨੇ ਪਤਵੰਤੇ ਸਨ। ਔਰ ਇਹਨਾਂ ਦੀ ਮਾਤਾ ਦਾ ਨਾਂ ਸੀ ਗੌਰਾ ਜੀ। ਤੇ 1506 ਦੇ ਵਿੱਚ ਇਹਨਾਂ ਦਾ ਜਨਮ ਹੁੰਦਾ ਹੈ ਕੱਥੂ ਨੰਗਲ ਵਿਖੇ। ਔਰ ਕੱਥੂ ਨੰਗਲ ਜੋ ਨਗਰ ਹੈ ਉਹ ਵੀ ਇਹਨਾਂ ਦੇ ਵਡਕਿਆਂ ਨੇ, ਵਡੇਰਿਆਂ ਨੇ ਵਸਾਇਆ ਸੀ। ਉਹਦੀ ਮੋੜੀ ਵੀ ਉਹਨਾਂ ਨੇ ਗੱਡੀ ਸੀ। ਸੋ ਬਾਬਾ ਬੁੱਢਾ ਜੀ ਜਦੋਂ ਉੱਥੇ ਉਹਨਾਂ ਦਾ ਜਨਮ ਹੁੰਦਾ ਹੈ ਤਾਂ ਕੁਝ ਸਮੇਂ ਤੱਕ ਉਹਨਾਂ ਦਾ ਬਚਪਨ ਉੱਥੇ ਬਤੀਤ ਹੁੰਦਾ ਹੈ। ਪਰ ਥੋੜ੍ਹਾ ਸਮਾਂ ਪਾ ਕੇ ਜੋ ਇਹਨਾਂ ਦੇ ਵਡੇਰੇ ਨੇ, ਇਹਨਾਂ ਦੇ ਪਿਤਾ ਜੀ, ਉਹ ਇੱਥੋਂ ਕੁਝ ਦੂਰ ਅੰਮ੍ਰਿਤਸਰ ਦੇ ਵਿੱਚ ਹੀ ਇੱਕ ਹੋਰ ਨਗਰ ਹੈ ਰਮਦਾਸ, ਉੱਥੇ ਜਾ ਕੇ ਵਸ ਜਾਂਦੇ ਨੇ। ਉੱਥੇ ਖੇਤੀਬਾੜੀ ਦਾ ਕੰਮ ਕਰਨ ਲੱਗ ਜਾਂਦੇ ਨੇ ਕਿਉਂਕਿ ਇਹਨਾਂ ਦਾ ਸੰਬੰਧ ਜੋ ਹੈ ਉਹ ਕਿਸਾਨੀ ਪਰਿਵਾਰ ਦੇ ਨਾਲ ਹੈ। ਤੇ ਉੱਥੇ ਜਦੋਂ ਇਹ ਰਹਿੰਦੇ ਨੇ ਤਾਂ ਕੁਝ ਸਮਾਂ ਪੈਂਦਾ ਹੈ, ਕੋਈ 12-13 ਸਾਲ ਦੀ ਆਯੂ ਹੈ, ਕਿ ਗੁਰੂ ਨਾਨਕ ਸਾਹਿਬ ਜੀ ਜਗਤ ਦੇ ਕਲਿਆਣ ਵਾਸਤੇ ਤਪਦੀ ਦੁਨਿਆਵੀ ਨੂੰ ਠਾਰਨ ਲਈ, ਉਹਨਾਂ ਨੂੰ ਨਿੱਘ ਦੇਣ ਲਈ, ਉਹਨਾਂ ਦੇ ਅੰਦਰ ਸ਼ਾਂਤੀ ਭਰਨ ਲਈ, ਉਹਨਾਂ ਦੇ ਜੋ ਉਹ ਕੀਤੇ ਜਾ ਰਹੇ ਨੇ ਕਰਮਕਾਂਡ, ਜੋ ਪਖੰਡ ਭਰਮ ਵਹਿਮ ਜੋ ਵੀ ਉਸ ਸਮੇਂ ਜਾਤੀਆਂ ਹੋ ਰਹੀਆਂ ਸਨ, ਉਹਨਾਂ ਨੂੰ ਦੂਰ ਕਰਨ ਦੇ ਵਾਸਤੇ ਗੁਰੂ ਨਾਨਕ ਸਾਹਿਬ ਜੀ ਨੇ ਪੂਰੇ ਜਗਤ ਦਾ ਭਰਮਣ ਕੀਤਾ। ਤੇ ਉਹਨਾਂ ਦਿਨਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਇਹਨਾਂ ਦੇ ਨਗਰ ਦੇ ਲਾਗੇ ਇੱਕ ਹੋਰ ਪਿੰਡ ਹੈ ਉੱਥੇ ਪਧਾਰਦੇ ਨੇ। ਹੁਣ ਕਿਉਂਕਿ ਬਾਬਾ ਬੁੱਢਾ ਜੀ ਜੋ ਨੇ ਉਹ ਖੇਤੀਬਾੜੀ ਨਾਲ ਸੰਬੰਧਿਤ ਨੇ ਤੇ ਬਚਪਨ ਦੇ ਵਿੱਚ ਕਿਸਾਨਾਂ ਦੇ ਪਰਿਵਾਰਾਂ ਵਿੱਚ ਆਮ ਹੀ ਦੇਖਿਆ ਜਾਂਦਾ ਹੈ ਕਿ ਬੱਚਿਆਂ ਨੂੰ ਮੱਝਾਂ ਦੇ ਵਾਗੀ ਬਣਾ ਦਿੱਤਾ ਜਾਂਦਾ ਹੈ। ਜੋ ਮੱਝਾਂ ਹੁੰਦੀਆਂ ਨੇ ਉਹ ਚਰਨ ਦੇ ਲਈ ਜਾਂਦੀਆਂ ਨੇ ਤੇ ਉਹਨਾਂ ਨੂੰ ਚਾਰਨ ਵਾਸਤੇ ਛੋਟੇ ਬੱਚੇ ਆਮ ਤੌਰ ਤੇ ਇਹ ਡਿਊਟੀ ਨਿਭਾਉਂਦੇ ਨੇ। ਤਾਂ ਬਾਬਾ, ਇਹਨਾਂ ਦਾ ਨਾਂ ਸੀ ਬੂੜਾ ਜੀ। ਹੁਣ ਇਹ ਜੋ ਮਾਪਿਆਂ ਨੇ ਨਾਂ ਰੱਖਿਆ ਸੀ ਬੂੜਾ, ਉਹ ਬਦਲ ਕੇ ਬੁੱਢਾ ਕਿਵੇਂ ਹੋਇਆ, ਇਹਦੇ ਪਿੱਛੇ ਜੋ ਰੋਚਕ ਕਹਾਣੀ ਹੈ ਉਹ ਵੀ ਆਏਗੀ। ਤਾਂ ਕੀ ਹੋਇਆ ਕਿ ਗੁਰੂ ਨਾਨਕ ਸਾਹਿਬ ਜੀ ਲਾਗੇ ਨਗਰ ਦੇ ਵਿੱਚ ਆਏ ਹੋਏ ਨੇ ਔਰ ਬਾਬਾ ਬੂੜਾ ਜੀ ਉਸ ਨਗਰ ਦੇ ਵਿੱਚ ਆਪਣੀਆਂ ਮੱਝਾਂ ਨੂੰ ਲੈ ਕੇ ਚਰਾਉਣ ਵਾਸਤੇ ਗਏ ਹੋਏ ਨੇ।
ਜੋ ਲਾਗੇ ਰੱਖ ਸੀ ਜਾਂ ਜੰਗਲ ਸੀ ਜਾਂ ਜੋ ਵੀ ਜਿੱਥੇ ਜਗ੍ਹਾ ਸੀ ਜਿੱਥੇ ਚਰਾਂਦ ਸੀ, ਉੱਥੇ ਚਰਾਉਣ ਵਾਸਤੇ ਪਸ਼ੂਆਂ ਨੂੰ ਲੈ ਕੇ ਗਏ ਨੇ। ਤਾਂ ਗੁਰੂ ਨਾਨਕ ਸਾਹਿਬ ਜੀ ਨੂੰ ਪਤਾ, ਗੁਰੂ ਨਾਨਕ ਸਾਹਿਬ ਜੀ ਦੀ ਜੋ ਆਮਦ ਹੈ ਉਹਦਾ ਪਤਾ ਚੱਲਦਾ ਹੈ। ਨਾਲ ਮਰਦਾਨਾ ਜੀ ਨੇ, ਔਰ ਜਿੱਥੇ ਵੀ ਗੁਰੂ ਨਾਨਕ ਸਾਹਿਬ ਜੀ ਬਹਿੰਦੇ ਨੇ ਉੱਥੇ ਹੀ ਉਹ ਉਸ ਰੱਬੀ ਬਾਣੀ ਜੋ ਅਵਤਾਰੀ ਪੈਗਾਮ ਗੁਰੂ ਨਾਨਕ ਸਾਹਿਬ ਜੀ ਨੂੰ ਉਤਰਦਾ ਸੀਗਾ, ਔਰ ਜੋ ਰੱਬੀ ਬਾਣੀ ਉਹਨੂੰ ਕੀਰਤਨ ਦੇ ਰਾਹੀਂ ਗਾਉਂਦੇ ਸਨ। ਭਾਈ ਮਰਦਾਨਾ ਜੀ ਰਬਾਬ ਦੇ ਉੱਤੇ ਸਾਥ ਦਿੰਦੇ ਸਨ। ਭਾਈ ਮਰਦਾਨਾ ਜੀ ਰਬਾਬ ਵਜਾ ਰਹੇ ਨੇ, ਗੁਰੂ ਨਾਨਕ ਸਾਹਿਬ ਜੀ ਉਸ ਰੱਬੀ ਬਾਣੀ ਨੂੰ ਆਪਣੇ ਮੁਖਾਰਬੰਦ ਤੋਂ ਗਾ ਰਹੇ ਨੇ। ਬੜਾ ਹੀ ਵਿਸਮਾਦਮਈ ਦ੍ਰਿਸ਼ ਬਣਿਆ ਹੋਇਆ ਹੈ। ਸੰਗਤਾਂ ਬੈਠੀਆਂ ਹੋਈਆਂ ਨੇ, ਦੂਰੋਂ ਨੇੜਿਓਂ ਹੁਮ ਹੁਮਾ ਕੇ ਲੋਕ ਪਹੁੰਚਦੇ ਨੇ ਕਿ ਜਗਤ ਦਾ ਨਾਥ ਨਾਨਕ ਆਇਆ ਹੈ। ਸਾਰੇ ਗੁਰੂ ਨਾਨਕ ਸਾਹਿਬ ਜੀ ਦਰਸ਼ਨ ਕਰਨ ਦੇ ਲਈ ਉਹਨਾਂ ਦੇ ਕੋਲ ਆਏ ਹੋਏ ਨੇ, ਔਰ ਉੱਥੇ ਸੰਗਤ ਵਿੱਚ ਬੈਠ ਕੇ ਕੀਰਤਨ ਦਾ ਨਿੱਘ ਮਾਣ ਰਹੇ ਨੇ। ਹੁਣ ਉੱਥੇ ਬਾਬਾ ਬੁੱਢਾ ਜੀ ਵੀ ਪਹੁੰਚ ਜਾਂਦੇ ਨੇ। ਬੁੱਢਾ ਜੀ ਆਪਣੀਆਂ ਦਰਸ਼ਨ ਕਰਕੇ ਗੁਰੂ ਨਾਨਕ ਸਾਹਿਬ ਜੀ ਦੇ ਤੇ ਭੱਜ ਕੇ ਆਪਣੇ ਘਰ ਜਾਂਦੇ ਨੇ, ਤੇ ਉਹਨਾਂ ਮੱਝਾਂ ਦਾ ਜੋ ਦੁੱਧ ਹੈ ਉਹਨੂੰ ਉਬਾਲ ਕੇ ਆਪਣੀ ਮਾਤਾ ਨੂੰ ਬੇਨਤੀ ਕਰਦੇ ਨੇ ਕਿ ਇਸ ਤਰ੍ਹਾਂ ਬੜੇ ਵੱਡੇ ਮਹਾਂਪੁਰਖ ਸੰਤ ਪੁਰਖ ਸਾਡੇ ਲਾਲ ਦੇ ਨਗਰ ਵਿੱਚ ਠਹਿਰੇ ਹੋਏ ਨੇ, ਮੈਂ ਉਹਨਾਂ ਦੀ ਦੁੱਧ ਨਾਲ ਸੇਵਾ ਕਰਨੀ ਹੈ। ਗੁਰੂ ਨਾਨਕ ਸਾਹਿਬ ਜੀ ਨੂੰ ਦੁੱਧ ਦਾ ਪਿਆਲਾ ਜਾ ਕੇ ਦਿੰਦੇ ਨੇ ਤੇ ਦਰਸ਼ਨ ਕਰਕੇ ਗੁਰੂ ਨਾਨਕ ਸਾਹਿਬ ਜੀ ਦੇ ਅੱਗੇ ਸਵਾਲ ਰੱਖ ਦਿੰਦੇ ਨੇ। ਕਹਿੰਦੇ ਨੇ, ਹੇ ਜਗਤ ਦੇ ਨਾਥ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਹੋ, ਤੁਸੀਂ ਜਗਤ ਨੂੰ ਤਾਰਨਹਾਰੇ ਹੋ, ਤੇ ਮੈਨੂੰ ਇਸ ਛੋਟੀ ਜਿਹੀ ਜਿੰਦ ਨੂੰ ਮੌਤ ਤੋਂ ਬਹੁਤ ਡਰ ਲੱਗਦਾ ਹੈ। ਮੈਨੂੰ ਮੌਤ ਤੋਂ ਡਰ ਲੱਗਦਾ ਹੈ। ਤੁਸੀਂ ਕਿਰਪਾ ਕਰੋ, ਮੇਰਾ ਇਹ ਡਰ ਜੋ ਹੈ ਉਹਨੂੰ ਨਿਰਵਿਰਤ ਕਰੋ, ਮੈਨੂੰ ਇਸ ਤੋਂ ਮੁਕਤੀ ਦਿਵਾਓ। ਮੈਂ ਚਾਹੁੰਦਾ ਹਾਂ ਕਿ ਇਸ ਜਨਮ ਦੇ ਵਿੱਚ ਮੈਂ ਮੌਤ ਦੇ ਉੱਤੇ ਕਾਬੂ ਪਾ ਲਵਾਂ ਤੇ ਮੈਂ ਜਨਮ ਮਰਨ ਦੇ ਗੇੜਾਂ ਤੋਂ ਬੰਦ ਖਲਾਸੀ ਪ੍ਰਾਪਤ ਕਰ ਲਵਾਂ। ਮੈਂ ਨਿੱਜ ਘਰ ਦੇ ਵਿੱਚ ਮੇਰਾ ਵਾਸਾ ਹੋ ਜਾਏ। ਗੁਰੂ ਨਾਨਕ ਸਾਹਿਬ ਜੀ ਨੇ ਜਦੋਂ 12-13 ਸਾਲ ਦੇ ਬਾਲਕ ਤੋਂ ਇਹ ਬਚਨ ਸੁਣੇ ਤਾਂ ਉਹਨਾਂ ਨੇ ਸਹਿ ਸੁਭਾਈ ਕਹਿ ਦਿੱਤਾ, ਕਾਕਾ ਤੇਰੀ ਉਮਰ ਤੇ ਬੜੀ ਥੋੜੀ ਏ ਤੇ ਗੱਲਾਂ ਤੂੰ ਕਰਦਾ ਹੈ ਬੁੱਢਿਆਂ ਵਾਲੀਆਂ, ਬੜੀ ਸਿਆਣਪ ਭਰੀ ਤੇਰੇ ਅੰਦਰ, ਸਿਆਣਿਆਂ ਵਾਲੀਆਂ ਗੱਲਾਂ ਕਰਦਾ ਹੈ। ਹੁਣ ਕਿਉਂਕਿ ਜੋ ਬਜ਼ੁਰਗ ਹੁੰਦਾ ਏ ਉਹਦੇ ਕੋਲ 50 ਸਾਲ ਦਾ, 60 ਸਾਲ ਦਾ, 80 ਸਾਲ ਦਾ ਤਜਰਬਾ ਹੁੰਦਾ ਹੈ, ਜੋ ਉਹਨੇ ਜ਼ਿੰਦਗੀ ਦੇ ਵਿੱਚ ਹੰਡਾਇਆ ਹੁੰਦਾ ਹੈ, ਜੋ ਉਹਨੇ ਜ਼ਿੰਦਗੀ ਵਿੱਚ ਧੱਕਿਆ ਹੁੰਦਾ ਹੈ, ਉਹ ਸਾਰਾ ਉਹਦੇ ਅੰਦਰ ਹੁੰਦਾ ਹੈ। ਤੇ ਗੁਰੂ ਨਾਨਕ ਸਾਹਿਬ ਜੀ ਨੇ ਦੇਖਿਆ ਕਿ ਇਹ ਤਾਂ 12 ਸਾਲ ਦਾ ਬੱਚਾ ਹੈ ਤੇ ਗੱਲਾਂ ਕਰਦਾ ਹੈ ਬੜੀਆਂ ਵੱਡੀਆਂ ਬੜੀਆਂ ਸਿਆਣੀਆਂ ਬਜ਼ੁਰਗਾਂ ਵਾਲੀਆਂ। ਤਾਂ ਉਹਨਾਂ ਸਹਿ ਸੁਭਾਅ ਕਹਿਤਾ, ਤੂੰ ਤਾਂ ਬੁੱਢਿਆਂ ਵਾਲੀਆਂ ਗੱਲਾਂ ਕਰਦਾ, ਤੂੰ ਤਾਂ ਬਜ਼ੁਰਗ ਹੈ, ਬਿਰਧ ਬਾਬਾ ਹੈ ਤੂੰ। ਬਸ ਐਨੇ ਬਚਨ ਕਹਿਣ ਦੀ ਲੋੜ ਸੀ। ਉਸ ਤੋਂ ਬਾਅਦ ਫਿਰ ਬੁੱਢਾ ਜੀ ਦਾ ਨਾਂ ਸਦਾ ਵਾਸਤੇ ਬਾਬਾ ਬੁੱਢਾ ਜੀ ਪੈ ਗਿਆ। ਬੁੱਢੇ ਦਾ ਮਤਲਬ ਜੋ ਸਿਆਣਾ ਸਮਝਦਾਰ, ਜਿਹਨੂੰ ਬਹੁਤ ਕੁਝ ਪਤਾ ਚੱਲ ਗਿਆ ਹੈ, ਜੇ ਦੁਨੀਆ ਨੂੰ ਤੱਕ ਲਿਆ ਹੈ। ਹੁਣ ਗੁਰੂ ਨਾਨਕ ਸਾਹਿਬ ਜੀ ਦੇ ਜਦੋਂ ਇਹ ਬੋਲ, ਇਹ ਬਚਨ ਬਾਬਾ ਬੁੱਢਾ ਜੀ ਨੇ ਸੁਣੇ ਤਾਂ ਉਹਨਾਂ ਨੇ ਇਹਦਾ ਉੱਤਰ ਬੜਾ ਸੋਹਣਾ ਦਿੱਤਾ। ਕਹਿੰਦੇ, ਕੁਝ ਦਿਨ ਹੋਏ ਮੈਂ ਤੇ ਮੇਰੇ ਪਿਤਾ ਜੀ ਖੇਤਾਂ ਦੇ ਵਿੱਚ ਗਏ, ਪਰ ਉਸੇ ਹੀ ਸਮੇਂ ਜੋ ਧਾੜਵੀ ਸਨ ਉਹ ਸਾਡੇ ਖੇਤਾਂ ਦੇ ਵਿੱਚ ਆਏ। ਉਹਨਾਂ ਧਾੜਵੀਆਂ ਨੇ ਕੀ ਕੀਤਾ, ਉਹਨਾਂ ਨੇ ਸਾਡੀਆਂ ਫਸਲਾਂ ਜੋ ਅਜੇ ਭੌਂ ਵਿੱਚੋਂ ਜ਼ਮੀਨ ਚੋਂ ਬਾਹਰ ਨਿਕਲ ਰਹੀਆਂ ਸਨ, ਅਜੇ ਉਹਨਾਂ ਨੇ 2-4-3 ਪੱਤੇ ਛੱਡੇ ਸਨ, ਉਹਨਾਂ ਦੇ ਘੋੜਿਆਂ ਦੀਆਂ ਟਾਪਾਂ ਨਾਲ ਉਹ ਫਸਲਾਂ ਤਬਾਹ ਹੋ ਗਈਆਂ। ਫਿਰ ਮੈਂ ਤੱਕਿਆ, ਉਸ ਧਾੜਵੀਆਂ ਨੇ ਆਪਣਿਆਂ ਘੋੜਿਆਂ ਦੇ ਲਈ ਸਾਡੀਆਂ ਹਰੀਆਂ ਫਸਲਾਂ ਜੋ ਕੱਚੀਆਂ ਸਨ, ਅਜੇ ਪੱਕੀਆਂ ਨਹੀਂ ਸਨ, ਉਹਨਾਂ ਨੂੰ ਕੱਟ ਲਿਆ। ਫਿਰ ਉਹਨਾਂ ਨੇ ਸਾਡੀਆਂ ਪੱਕੀਆਂ ਫਸਲਾਂ ਵੀ ਨਹੀਂ ਛੱਡੀਆਂ, ਉਹਨਾਂ ਨੂੰ ਵੀ ਕੱਟ ਕੇ ਲੈ ਗਏ। ਉੱਥੋਂ ਮੇਰੇ ਦਿਲ ਦੇ ਵਿੱਚ ਇਹ ਸਵਾਲ ਉੱਠਿਆ ਕਿ ਜਿਸ ਤਰ੍ਹਾਂ ਇਹ ਲੋਕ ਆਏ ਨੇ, ਇਹ ਧਾੜਵੀ ਆਏ ਨੇ, ਇਹਨਾਂ ਨੇ ਆ ਕੇ ਸਾਡੀਆਂ ਫਸਲਾਂ ਉੱਤੇ ਤਬਾਹੀ ਮਚਾ ਦਿੱਤੀ ਗਈ, ਅਸੀਂ ਉਹਨਾਂ ਦਾ ਕੁਝ ਨਹੀਂ ਵਿਗਾੜ ਸਕੇ। ਤੇ ਰੱਬ, ਜਦੋਂ ਰੱਬ ਤੇ ਮੌਤ ਦਾ ਬੁਲਾਵਾ ਆਇਆ ਤਾਂ ਸਾਨੂੰ ਤਾਂ ਜਾਣਾ ਪੈਣਾ ਹੈ। ਫਿਰ ਭਾਵੇਂ ਉਮਰ ਕੱਚੀ ਹੋਵੇ, ਪੱਕੀ ਹੋਵੇ, ਜਵਾਨ ਹੋਵੇ, ਬੁੱਢਾ ਹੋਵੇ, ਜਿਵੇਂ ਉਹਨਾਂ ਨੇ ਫਸਲਾਂ ਦੀ ਪਰਵਾਹ ਨਹੀਂ ਕੀਤੀ, ਕੱਚੀਆਂ ਪੱਕੀਆਂ ਡੱਡਰੀਆਂ ਹਰ ਪ੍ਰਕਾਰ ਦੀ ਫਸਲ ਨੂੰ ਉਹ ਕੱਟ ਕੇ ਤਬਾਹ ਕਰਕੇ ਲੈ ਗਏ ਨੇ। ਇਸੇ ਤਰ੍ਹਾਂ ਜਦੋਂ ਮੌਤ ਦੇ ਫਰਿਸ਼ਤੇ ਆਉਣੇ ਨੇ, ਜਦੋਂ ਮੌਤ ਦਾ ਬੁਲਾਵਾ ਆਉਣਾ ਆ, ਤੇ ਫਿਰ ਬਚਪਨ, ਜਵਾਨੀ ਤੇ ਬੁਢਾਪਾ ਨਹੀਂ ਵੇਖਿਆ ਜਾਂਦਾ, ਉਹ ਕਿਸੇ ਵੇਲੇ ਵੀ ਆ ਸਕਦਾ ਹੈ। ਕਿਉਂ ਨਾ ਹੋਵੇ ਕਿ ਮੈਂ ਆਪਣੇ ਬਚਪਨ ਦੇ ਇਸ ਸਮੇਂ ਨੂੰ ਸੰਭਾਲ ਲਵਾਂ ਤੇ ਮੈਂ ਆਪਣੇ ਜਨਮ ਮਰਨ ਦੇ ਉੱਤੇ ਮੁਕਤੀ ਪ੍ਰਾਪਤ ਕਰ ਲਵਾਂ। ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਬਾਬਾ ਬੁੱਢਾ ਜੀ ਤੋਂ ਇਹ ਵਚਨ ਸੁਣੇ ਤਾਂ ਉਹ ਮਨ ਹੀ ਗਦਗਦ ਕਰ ਉੱਠੇ ਕਿ ਇਹ ਬਾਲਕ ਬੜਾ ਹੋਣਹਾਰ ਹੈ, ਇਹਦੇ ਅੰਦਰ ਹੁਣ ਤੋਂ ਹੀ ਜੋ ਹੈ ਰੱਬ ਦੇ ਪ੍ਰਤੀ ਪਿਆਰ ਹੈ। ਤੇ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਨੂੰ ਜੋ ਉਹ ਫਲਸਫਾ ਸੀਗਾ ਉਹ ਸਮਝਾਇਆ
ਕਿ ਜੇ ਤੂੰ ਰੱਬ ਦਾ ਸਿਮਰਨ ਕਰੇਗਾ, ਨਾਮ ਬੰਦਗੀ ਵਿੱਚ ਜੁੜੇਗਾ, ਜੇ ਪ੍ਰਭੂ ਨੂੰ ਇੱਕ ਮਨ ਇੱਕ ਚਿੱਤ ਕਰਕੇ ਧਿਆਏਗਾ, ਤੇ ਤੇਰੇ ਮਨ ਵਿੱਚੋਂ ਮੌਤ ਦਾ ਜੋ ਖੌਫ ਹੈ ਉਹ ਸਦਾ ਵਾਸਤੇ ਮੁਕਤ ਹੋ ਜਾਏਗਾ, ਤੂੰ ਉਸ ਤੋਂ ਮੁਕਤੀ ਨਿਵਰਤੀ ਹੋ ਜਾਏਗੀ। ਬਾਬਾ ਬੁੱਢਾ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਉਹਨਾਂ ਉਪਦੇਸ਼ਾਂ ਨੂੰ, ਉਹਨਾਂ ਬੋਲਾਂ ਨੂੰ ਆਪਣੇ ਪੱਲੇ ਬੰਨਿਆ ਤੇ ਸਾਰੀ ਉਮਰ ਹੀ ਗੁਰੂ ਨਾਨਕ ਸਾਹਿਬ ਜੀ ਦੇ ਇਹਨਾਂ ਉਪਦੇਸ਼ਾਂ ਨੂੰ ਕਮਾਇਆ ਤੇ ਕਦੇ ਵੀ ਗੁਰੂ ਨਾਨਕ ਸਾਹਿਬ ਜੀ ਤੋਂ ਉਹ ਦੂਰ ਨਹੀਂ ਰਹੇ। ਹਮੇਸ਼ਾ ਗੁਰੂ ਸ਼ਬਦ ਗੁਰਬਾਣੀ ਦੇ ਨਾਲ ਉਹਨਾਂ ਨੇ ਪਿਆਰ ਕੀਤਾ। ਫਿਰ ਜਦੋਂ ਗੁਰੂ ਨਾਨਕ ਸਾਹਿਬ ਜੀ ਕਰਤਾਰਪੁਰ ਦਾ ਨਗਰ ਵਸਾਉਂਦੇ ਨੇ ਆਖਰੀ ਉਮਰ ਦੇ ਵਿੱਚ, ਜਦੋਂ ਉਹਨਾਂ ਦਾ ਜਾਣ ਦਾ ਸਮਾਂ ਆਉਂਦਾ ਹੈ, ਤਾਂ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਦਿਨ ਕੀ ਕੀਤਾ ਕਿ ਧਾਨਕ ਰੂਪ ਧਾਰਨ ਕੀਤਾ। ਨਾਲ 3-4 ਜੋ ਕੁੱਤੇ ਸਨ ਉਹ ਲੈ ਲਏ ਤੇ ਧਾਨਕ ਰੂਪ ਧਾਰਨ ਕਰਕੇ ਗੁਰੂ ਨਾਨਕ ਸਾਹਿਬ ਜੀ ਬਾਹਰ ਨੂੰ ਚਲੇ ਗਏ ਨੇ, ਜੰਗਲ ਵੱਲ ਨੂੰ ਚਲੇ ਗਏ ਨੇ। ਸਾਰੀਆਂ ਸੰਗਤਾਂ ਪਿੱਛੇ ਜਾਂਦੀਆਂ ਨੇ ਕਿ ਗੁਰੂ ਨਾਨਕ ਸਾਹਿਬ ਜੀ ਨੂੰ ਅੱਜ ਕੀ ਹੋਇਆ ਹੈ। ਤਾਂ ਬਾਬਾ ਨਾਨਕ ਸਾਰਿਆਂ ਨੂੰ ਪਿੱਛੇ ਮੋੜਦੇ ਨੇ, ਕਿਸੇ ਨੂੰ ਗੁੱਸਾ ਕਰਦੇ ਆ, ਕਿਸੇ ਨੂੰ ਕੁਝ ਕਹਿੰਦੇ ਨੇ। ਤਾਂ ਹੌਲੀ ਹੌਲੀ ਜਿੰਨੀ ਕਿਸੇ ਦੀ ਕੰਪੈਸਿਟੀ ਸੀ ਉਹਦੇ ਹਿਸਾਬ ਨਾਲ ਸੰਗਤਾਂ ਵਿੱਚੋਂ ਲੋਕ ਵਾਪਸ ਮੁੜਨੇ ਸ਼ੁਰੂ ਹੋ ਗਏ। ਪਰ ਇਤਿਹਾਸ ਨੇ ਆਪਣੀ ਬੁੱਕਲ ਦੇ ਵਿੱਚ ਇਹ ਸਮੋਹ ਕੇ ਰੱਖਿਆ ਹੈ ਕਿ 2 ਬੰਦੇ ਲਾਸਟ ਵਿੱਚ ਬਚ ਗਏ ਸਨ, ਇੱਕ ਬਾਬਾ ਬੁੱਢਾ ਜੀ ਤੇ ਇੱਕ ਭਾਈ ਲਹਿਣਾ ਜੀ। ਇਹ 2 ਸ਼ਖਸ ਇਹੋ ਜਿਹੇ ਸਨ ਜਿਹੜੇ ਗੁਰੂ ਨਾਨਕ ਸਾਹਿਬ ਜੀ ਨਾਲ ਉਸ ਧਾਨਕ ਰੂਪ ਦੇ ਦੌਰਾਨ ਵੀ ਉਹਨਾਂ ਤੋਂ ਜੁਦਾ ਨਹੀਂ ਹੋਏ, ਉਹਨਾਂ ਦੇ ਨਾਲ ਰਹੇ। ਤੇ ਇਤਿਹਾਸ ਨੇ ਇਹ ਵੀ ਲਿਖਿਆ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਫਿਰ ਜਦੋਂ ਬਾਬਾ ਬੁੱਢਾ ਜੀ ਦੇ ਇੱਕ ਡੰਡਾ ਮਾਰਿਆ ਤਾਂ ਬਾਬਾ ਬੁੱਢਾ ਜੀ ਥੋੜੇ ਪਿੱਛੇ ਹੋਏ। ਤਾਂ ਉਸ ਸਮੇਂ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਕਿ ਤੂੰ ਸਾਰੇ ਮੁੜ ਗਏ ਨੇ, ਤੂੰ ਵੀ ਚਲਿਆ ਜਾ। ਬਾਬਾ ਬੁੱਢਾ ਜੀ ਨੇ ਕਿਹਾ ਨਹੀਂ ਬਾਬਾ, ਮੈਂ ਪਿੱਛੇ ਨਹੀਂ ਮੁੜਨਾ, ਮੈਂ ਤੇਰੇ ਨਾਲ ਪ੍ਰੀਤੀ ਲਾਈ ਏ, ਮੈਂ ਤੇਰੇ ਤੋਂ ਜੋ ਸਿੱਖਿਆ ਲਈਏ ਉਹ ਸਿੱਖਿਆ ਮੈਨੂੰ ਵਾਪਸ ਨਹੀਂ ਮੁੜਨ ਦਿੰਦੀ। ਤਾਂ ਗੁਰੂ ਨਾਨਕ ਸਾਹਿਬ ਜੀ ਨੇ ਕਹਿੰਦੇ ਨੇ ਬਾਬਾ ਬੁੱਢਾ ਜੀ ਨੂੰ ਛਾਤੀ ਨਾਲ ਲਾਇਆ ਤੇ ਬੜੇ ਪਿਆਰੇ ਬਚਨ ਕਹੇ ਕਿ ਮੈਂ ਤੇਰੇ ਤੋਂ ਕਦੇ ਓਲੇ ਨਾ ਹੋਸਾਂ, ਤੇਰੇ ਤੋਂ ਓਲੇ ਨਾ ਹੋਸਾਂ, ਤੇਰੇ ਤੋਂ ਕਦੇ ਮੈਂ ਤੇਰੇ ਤੋਂ ਛਿਪ ਨਹੀਂ ਸਕਦਾ, ਤੇਰੇ ਤੋਂ ਦੂਰ ਨਹੀਂ ਹੋ ਸਕਦਾ, ਹਮੇਸ਼ਾ ਤੇਰੇ ਸਾਹਮਣੇ ਰਵਾਂਗਾ, ਪ੍ਰਗਟ ਰਵਾਂਗਾ ਤੇਰੇ। ਬਾਬਾ ਬੁੱਢਾ ਜੀ ਇਹ ਬਚਨ ਲੈ ਕੇ, ਬਚਨ ਕਮਾ ਕੇ ਵਾਪਸ ਮੁੜਦੇ ਨੇ ਤੇ ਕਰਤਾਰਪੁਰ ਦੇ ਵਿੱਚ ਫਿਰ ਸੰਗਤਾਂ ਜੁੜਦੀਆਂ ਨੇ। ਗੁਰੂ ਨਾਨਕ ਸਾਹਿਬ ਜੀ ਅੰਗਦ ਜੀ ਨੂੰ ਗੁਰਤਾ ਗੱਦੀ ਦੀ ਜੋ ਬਖਸ਼ਿਸ਼ ਉਹ ਕਰਦੇ ਨੇ, ਅਗਲੇ ਗੁਰੂ ਬਣਾਉਂਦੇ ਨੇ। ਆਪਣੇ ਪੁੱਤਰਾਂ ਨੂੰ ਛੱਡ ਕੇ ਆਪਣੇ ਸੇਵਕ ਨੂੰ ਆਪਣੇ ਗਲ ਨਾਲ ਲਾਇਆ ਹੈ ਤੇ ਭਾਈ ਲਹਿਣਾ ਨੂੰ ਅੰਗਦ ਬਣਾ ਲਿਆ ਹੈ ਤੇ ਗੁਰੂ ਅੰਗਦ ਦੀ ਉਪਾਧੀ ਬਖਸ਼ ਕੇ ਨਵਾਂ ਨਾਂ ਦੇ ਕੇ ਉਹਨਾਂ ਨੂੰ ਗੁਰਤਾ ਦੀ ਬਖਸ਼ਿਸ਼ ਕਰਦੇ ਨੇ। ਤੇ ਫਿਰ ਬਚਨ ਕਰਦੇ ਨੇ ਬਾਬਾ ਬੁੱਢਾ ਜੀ ਨੂੰ, ਆਓ ਬਾਬਾ ਜੀ, ਆਓ ਬਿਰਧ ਜੀ, ਆਓ ਬੁੱਢਾ ਜੀ, ਤੁਸੀਂ ਹੁਣ ਗੁਰੂ ਅੰਗਦ ਸਾਹਿਬ ਜੀ ਨੂੰ ਗੁਰਿਆਈ ਦੀਆਂ ਰਸਮਾਂ ਨਿਭਾਓ। ਜਾਣੀ ਕਿ ਜੋ ਸ਼ਬਦ ਨਿਸ਼ਾਨ, ਜੋ ਗੁਰਬਾਣੀ ਦੀ ਬਖਸ਼ਿਸ਼ ਹੈ, ਜੋ ਪੋਥਾ ਹੈ, ਗੁਰਬਾਣੀ ਦੀਆਂ ਪੋਥੀਆਂ ਨੇ, ਉਹ ਗੁਰੂ ਨਾਨਕ ਸਾਹਿਬ ਜੀ ਭਾਈ ਲਹਿਣਾ ਜੀ ਦੇ ਅੱਗੇ ਰੱਖਦੇ ਨੇ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਆਪਣਾ ਮੱਥਾ ਗੁਰੂ ਅੰਗਦ ਨੂੰ ਟੇਕਦੇ ਨੇ। ਔਰ ਦੂਜਾ ਮੱਥਾ ਜੇ ਸਿੱਖਾਂ ਵਿੱਚੋਂ ਕਿਸੇ ਨੇ ਸਭ ਤੋਂ ਪਹਿਲਾਂ ਮੱਥਾ ਟੇਕਿਆ ਹੈ ਤਾਂ ਉਹ ਬਾਬਾ ਬੁੱਢਾ ਜੀ ਗੁਰਿਆਈ ਦੀ ਰਸਮਾਂ ਨਿਭਾ ਕੇ ਤੇ ਗੁਰੂ ਅੰਗਦ ਸਾਹਿਬ ਜੀ ਨੂੰ ਬਾਬਾ ਬੁੱਢਾ ਜੀ ਮੱਥਾ ਟੇਕਦੇ ਨੇ। ਬਾਬਾ ਬੁੱਢਾ ਜੀ ਤੋਂ ਬਾਅਦ ਫਿਰ ਸਾਰੀਆਂ ਬਾਕੀ ਦੀਆਂ ਸੰਗਤਾਂ ਗੁਰੂ ਅੰਗਦ ਸਾਹਿਬ ਜੀ ਨੂੰ ਨਤਮਸਤਕ ਹੁੰਦੀਆਂ ਨੇ ਤੇ ਉਹਨਾਂ ਨੂੰ ਆਪਣਾ ਗੁਰੂ ਸਵੀਕਾਰਦੀਆਂ ਨੇ। ਇਸ ਤਰ੍ਹਾਂ ਭਾਈ ਲਹਿਣਾ ਜੀ ਗੁਰੂ ਅੰਗਦ ਜੀ ਬਣ ਕੇ ਸਿੱਖਾਂ ਦੇ ਦੂਜੇ ਗੁਰੂ ਕਹਿਲਾਏ ਤੇ ਬਾਬਾ ਬੁੱਢਾ ਜੀ ਨੂੰ ਇਹ ਸੁਭਾਗ ਪ੍ਰਾਪਤ ਹੋਇਆ। ਇੱਥੇ ਹੀ ਨਹੀਂ, ਗੁਰੂ ਨਾਨਕ ਸਾਹਿਬ ਜੀ ਦੀ ਬਖਸ਼ਿਸ਼, ਰਹਿਮਤ ਓਲੇ ਨਾ ਹੋਸਾਂ ਉਹ ਵਾਪਰਦੀ ਰਹੀ ਏ ਤੇ 6 ਪਾਤਸ਼ਾਹੀਆਂ ਤੱਕ ਬਾਬਾ ਬੁੱਢਾ ਜੀ ਨੂੰ ਗੁਰਿਆਈ ਦੀ ਜੋ ਰਸਮ ਹੈ ਉਹ ਨਿਭਾਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਔਰ ਬਾਬਾ ਬੁੱਢਾ ਜੀ ਸਿੱਖਾਂ ਵਿੱਚੋਂ ਅਜਿਹੇ ਸਿੱਖ ਨੇ, ਅਜਿਹੇ ਸ਼੍ਰੋਮਣੀ ਸਿੱਖ ਨੇ, ਮਹਾਨ ਸਿੱਖ ਨੇ, ਜਿਨ੍ਹਾਂ ਨੂੰ ਸਭ ਤੋਂ ਪਹਿਲਾਂ ਸਿੱਖਾਂ ਵਿੱਚੋਂ ਸਭ ਤੋਂ ਪਹਿਲਾਂ ਬਾਬਾ ਬੁੱਢਾ ਜੀ ਨੂੰ ਇਹ ਸੁਭਾਗ ਪ੍ਰਾਪਤ ਹੋਇਆ ਕਿ ਉਹ ਸਭ ਤੋਂ ਪਹਿਲਾਂ ਬਣਨ ਵਾਲੇ ਗੁਰੂ ਨੂੰ ਮੱਥਾ ਟੇਕਦੇ ਨੇ। ਇਹ ਬਖਸ਼ਿਸ਼ ਬਾਬਾ ਬੁੱਢਾ ਜੀ ਦੇ ਉੱਤੇ ਗੁਰੂ ਨਾਨਕ ਸਾਹਿਬ ਜੀ ਤੋਂ ਹੋਈ। ਫਿਰ ਕਰਤਾਰਪੁਰ ਦੇ ਨਗਰ ਦੇ ਵਿੱਚ ਜਿੰਨੀ ਕਮਾਈ ਗੁਰੂ ਨਾਨਕ ਸਾਹਿਬ ਜੀ ਨੇ ਕੀਤੀ, ਉਹਨਾਂ ਦਾ ਪੂਰਾ ਸਾਥ ਬਾਬਾ ਬੁੱਢਾ ਜੀ ਨੇ ਦਿੱਤਾ। ਹਰ ਕੰਮ ਵਾਸਤੇ, ਨਗਰ ਨੂੰ ਵਸਾਉਣ ਵਾਸਤੇ, ਖੇਤੀ ਵਾਸਤੇ, ਮਾਲ ਡੰਗਰ ਵਾਸਤੇ ਜਿੰਨਾ ਵੀ ਉਹਨਾਂ ਤੋਂ ਬਣਦਾ ਹੋਇਆ ਉਹਨਾਂ ਨੇ ਕੀਤਾ। ਉਹਨਾਂ ਨੇ ਪੂਰਨ ਸੇਵਾ ਨਿਭਾਈ। ਜੇ ਮੈਂ ਕਹਾਂ ਕਿ ਇੱਕ ਕਾਰ ਸੇਵਾ
ਜਿਹੜੀ ਗੁਰੂ ਨਾਨਕ ਸਾਹਿਬ ਜੀ ਨੇ ਚਲਾਈ ਸੀ, ਉਹਦੇ ਵਿੱਚ ਬਾਬਾ ਬੁੱਢਾ ਜੀ ਸਭ ਤੋਂ ਮੋਹਰੀ ਹੋ ਗਏ ਸਨ। ਉਹਨਾਂ ਨੇ ਹਰ ਸਮੇਂ ਹੱਥਾਂ ਦੇ ਨਾਲ ਸੇਵਾ ਕਰਕੇ ਇਹ ਸਾਬਤ ਕਰ ਦਿੱਤਾ ਕਿ ਸਿੱਖੀ ਜੋ ਹੈ ਉਹ ਸੇਵਾ ਦੇ ਉੱਤੇ ਟਿਕੀ ਹੋਈ। ਸੇਵਾ ਦਾ ਇਹ ਥੰਮ ਹੈ ਜਿਹੜਾ ਸਿੱਖੀ ਨੂੰ ਅੱਗੇ ਲੈ ਕੇ ਜਾ ਰਿਹਾ ਹੈ। ਸੋ ਕਰਤਾਰਪੁਰ ਤੋਂ ਬਾਅਦ ਗੁਰੂ ਨਾਨਕ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਸੀ ਗੁਰੂ ਅੰਗਦ ਜੀ ਤੇ ਕਿ ਤੁਸੀਂ ਹੁਣ ਆਪਣੇ ਨਗਰ ਖਡੂਰ ਵਿੱਚ ਜਾਣਾ ਹੈ ਤੇ ਖਡੂਰ ਨਗਰ ਦੇ ਵਿੱਚ ਤੁਸੀਂ ਜਿਹੜੀ ਆ ਉਹ ਸਿੱਖੀ ਦੀ ਮਹਿਕ ਖਿਲਾਰਨੀ ਹੈ। ਹੁਣ ਕੁਝ ਸਮੇਂ ਵਾਸਤੇ ਅਜਿਹਾ ਸਮਾਂ ਵੀ ਆਉਂਦਾ ਹੈ ਕਿ ਬਹੁਤੀਆਂ ਸਿੱਖ ਸੰਗਤਾਂ ਨੂੰ ਨਹੀਂ ਪਤਾ ਕਿ ਹੁਣ ਅਗਲੇ ਗੁਰੂ ਜੋ ਅੰਗਦ ਜੀ ਬਣੇ ਨੇ ਉਹ ਕਿੱਥੇ ਨੇ, ਪਰ ਹੁਣ ਬਾਬਾ ਬੁੱਢਾ ਜੀ ਵੱਲ ਸਾਰਿਆਂ ਦੀਆਂ ਨਿਗਾਹਾਂ ਨੇ ਕਿ ਬਾਬਾ ਬੁੱਢਾ ਜੀ ਹੀ ਜਾਣਦੇ ਨੇ। ਤਾਂ ਜਦੋਂ ਗੁਰੂ ਅੰਗਦ ਸਾਹਿਬ ਜੀ ਦੇ ਬਾਰੇ ਲੋਕਾਂ ਨੂੰ ਪਤਾ ਨਹੀਂ ਚੱਲ ਰਿਹਾ ਤਾਂ ਸੰਗਤਾਂ ਇਕੱਠੀਆਂ ਹੋ ਕੇ ਗੁਰੂ ਅੰਗਦ ਸਾਹਿਬ ਗੁਰੂ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਜਾਂਦੀਆਂ ਨੇ ਤੇ ਬਾਬਾ ਬੁੱਢਾ ਜੀ ਜੋ ਕਿ ਸਭ ਜਾਣਦੇ ਨੇ ਤੇ ਉਹ ਖਡੂਰ ਜਾਂਦੇ ਨੇ। ਬੀਬੀ ਵੈਰਾਈ ਨੂੰ ਬੇਨਤੀ ਕਰਦੇ ਨੇ ਕਿਉਂਕਿ ਵੈਰਾਈ ਦੇ ਘਰ ਵਿੱਚ ਹੀ ਬਾਬਾ ਗੁਰੂ ਅੰਗਦ ਸਾਹਿਬ ਜੀ ਟਿਕੇ ਹੋਏ ਨੇ। ਤਾਂ ਫਿਰ ਉੱਥੋਂ ਗੁਰੂ ਅੰਗਦ ਸਾਹਿਬ ਜੀ ਨੂੰ ਪ੍ਰਗਟ ਕਰਦੇ ਨੇ ਤੇ ਗੁਰੂ ਅੰਗਦ ਸਾਹਿਬ ਜੀ ਜੋ ਸਿੱਖੀ ਦਾ ਫੈਲਾਅ ਹੈ ਉਹ ਪੂਰੇ ਨਗਰ ਦੇ ਵਿੱਚ ਉਸ ਇਲਾਕੇ ਦੇ ਵਿੱਚ ਕਰਦੇ ਨੇ। ਘਰ ਘਰ ਵਿੱਚ ਸਿੱਖੀ ਦੀ ਜੋਤ ਹੈ ਉਹ ਜਗਾਈ ਜਾਂਦੀ ਹੈ ਤੇ ਬਾਬਾ ਬੁੱਢਾ ਜੀ ਹਰ ਸਹਿਯੋਗ ਜਿਹੜਾ ਹੈ ਉਹ ਨਾਲ ਕਰਦੇ ਨੇ। ਜੇ ਗੁਰੂ ਘਰ ਦੇ ਵਿੱਚ ਲੰਗਰ ਬਣਦੇ ਨੇ, ਬੀਬੀ ਖੀਵੀ ਜੀ ਉਹ ਲੰਗਰ ਦੀਆਂ ਸੇਵਾਵਾਂ ਨਿਭਾਉਂਦੇ ਨੇ ਤੇ ਬਾਬਾ ਬੁੱਢਾ ਜੀ ਉੱਥੇ ਹਰ ਕਿਸਮ ਦੀ ਜੋ ਮਦਦ ਹੈ ਉਹ ਕਰਦੇ ਨੇ। ਲੰਗਰ ਤਿਆਰ ਕਰਨ ਵਾਸਤੇ ਸੇਵਾ ਹੱਥੀਂ ਕਰਦੇ ਨੇ, ਬਾਲਣ ਲਿਆਂਦਾ ਜਾਂਦਾ ਹੈ, ਰਾਸ਼ਨ ਲਿਆਂਦਾ ਜਾਂਦਾ ਹੈ, ਪਦਾਰਥ ਆਉਂਦੇ ਨੇ। ਤਾਂ ਬਹੁਤ ਹੀ ਜੋ ਬੈਸਟ ਕੁਆਲਿਟੀ ਦਾ ਜੋ ਲੰਗਰ ਹੈ ਉਹ ਗੁਰੂ ਅੰਗਦ ਦੇ ਦਰਬਾਰ ਦੇ ਵਿੱਚ ਬਣਦਾ ਹੈ। ਸੰਗਤਾਂ ਦੂਰੋਂ ਦੁਰਾਡਿਓਂ ਆਉਂਦੀਆਂ ਨੇ, ਗੁਰੂ ਦੀ ਸੰਗਤ ਦਾ, ਗੁਰੂ ਜੀ ਦੀ ਬਾਣੀ ਦਾ ਰਸ ਤੇ ਆਨੰਦ ਮਾਣਦੀਆਂ ਨੇ। ਤਾਂ ਫਿਰ ਗੁਰੂ ਕੇ ਲੰਗਰ ਵਿੱਚੋਂ ਬਰਾਬਰ ਬੈਠ ਕੇ ਪ੍ਰਸ਼ਾਦਾ ਛਕਦੇ ਨੇ ਤੇ ਆਨੰਦ ਲੈ ਕੇ ਗੁਰੂ ਘਰੋਂ ਉਹ ਵਾਪਸ ਆਪਣੇ ਘਰਾਂ ਨੂੰ, ਆਪਣੇ ਨਗਰਾਂ ਨੂੰ ਲੌਟ ਜਾਂਦੇ ਨੇ, ਵਾਪਸ ਚਲੇ ਜਾਂਦੇ ਨੇ। ਸਮਾਂ ਆਉਂਦਾ ਹੈ ਗੁਰੂ ਅੰਗਦ ਸਾਹਿਬ ਜੀ ਗੁਰੂ ਅਮਰਦਾਸ ਜੀ ਦੀ ਸੇਵਾ ਤੋਂ ਖੁਸ਼ ਹੋ ਕੇ ਉਹਨਾਂ ਨੂੰ ਯੋਗ ਜਾਣ ਕੇ ਆਪਣੀ ਥਾਵੇਂ ਗੁਰੂ ਥਾਪਦੇ ਨੇ। ਬਾਬਾ ਬੁੱਢਾ ਜੀ ਨੂੰ ਬੁਲਾਇਆ ਜਾਂਦਾ ਹੈ ਤੇ ਗੁਰਿਆਈ ਦੀ ਜੋ ਰਸਮ ਹੈ ਉਹ ਨਿਭਾਈ ਜਾਂਦੀ ਹੈ। ਬਾਬਾ ਬੁੱਢਾ ਜੀ ਅੱਜ ਤੀਸਰੇ ਗੁਰੂ ਨੂੰ ਗੁਰਿਆਈ ਦੀ ਜੋ ਹੈ ਬਖਸ਼ਿਸ਼ ਗੁਰੂ ਘਰ ਵੱਲੋਂ ਹੋਈ ਹੈ, ਜੋ ਗੁਰੂ ਅੰਗਦ ਸਾਹਿਬ ਵੱਲੋਂ ਆਈ ਹੈ, ਉਹ ਜੋਤ ਜਿਹੜੀ ਹੈ ਗੁਰੂ ਅੰਗਦ ਸਾਹਿਬ ਜੀ ਨੇ ਹੁਣ ਉਹ ਅਮਰਦਾਸ ਜੀ ਵਿੱਚ ਟਿਕਾਈ ਹੈ। ਤੇ ਇਹ ਰਸਮਾਂ ਨੇ ਜੋ ਗੁਰਿਆਈ ਦੀਆਂ ਇਹ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਬਾਬਾ ਬੁੱਢਾ ਜੀ ਨੇ ਨਿਭਾਈਆਂ, ਮੱਥਾ ਟੇਕਿਆ। ਹੁਣ ਜਿਹਨੂੰ ਬਾਬਾ ਬੁੱਢਾ ਮੱਥਾ ਟੇਕਦਾ ਹੈ, ਸੰਗਤਾਂ ਬਾਬਾ ਬੁੱਢਾ ਜੀ ਦੇ ਉੱਤੇ ਬੇਅੰਤ ਅਥਾਹ ਵਿਸ਼ਵਾਸ ਕਰਦੀਆਂ ਸਨ ਤੇ ਗੁਰੂ ਅੰਗਦ ਸਾਹਿਬ ਜੀ ਨੇ ਆਪ ਗੁਰਿਆਈ ਦੀ ਬਖਸ਼ਿਸ਼ ਜੋ ਹੈ ਉਹ ਗੁਰੂ ਅਮਰਦਾਸ ਜੀ ਨੂੰ ਕੀਤੀ ਹੈ। ਬੇਸ਼ੱਕ ਉਹਨਾਂ ਦੇ ਪੁੱਤਰ ਨਾਰਾਜ਼ ਵੀ ਹੋਏ ਕਿਉਂਕਿ ਉਹ ਇਹ ਸਮਝਦੇ ਸਨ ਕਿ ਸ਼ਾਇਦ ਇਹ ਸਾਡਾ ਸੰਸਾਰਿਕ ਅਧਿਕਾਰ ਹੈ ਕਿ ਹੁਣ ਜੋ ਗੁਰਤਾ ਗੱਦੀ ਹੈ ਉਹ ਪੁੱਤਰ ਹੋਣ ਕਰਕੇ ਸਾਨੂੰ ਮਿਲੇਗੀ। ਪਰ ਉਹਨਾਂ ਨੂੰ ਇਹ ਨਹੀਂ ਪਤਾ ਇਹ ਰਸਮ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਤੋਰੀ ਹੈ। ਉਹਨਾਂ ਨੇ ਆਪਣੇ ਪੁੱਤਰਾਂ ਨੂੰ ਗੁਰਗੱਦੀ ਨਹੀਂ ਦਿੱਤੀ, ਉਹਨਾਂ ਨੇ ਯੋਗ ਵਿਅਕਤੀ ਨੂੰ ਜੋ ਇਸ ਗੱਦੀ ਦੇ ਲਾਇਕ ਸੀ ਉਸ ਨੂੰ ਗੁਰਤਾ ਗੱਦੀ ਦੇ ਉੱਤੇ ਬਿਠਾਇਆ। ਤਾਂ ਉਹ ਇਹ ਜੁਗਤੀ ਗੁਰੂ ਅੰਗਦ ਸਾਹਿਬ ਜੀ ਨੇ ਵਰਤੀ ਹੈ। ਦਾਤੂ ਤੇ ਦਾਸੂ ਦੀ ਥਾਂ ਗੁਰੂ ਅਮਰਦਾਸ ਜੀ ਨੂੰ ਗੁਰਤਾ ਦੀ ਜੋ ਬਖਸ਼ਿਸ਼ ਹੈ ਉਹ ਕਰਦੇ ਨੇ ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਗੱਦੀ ਤੇ ਬੈਠਦੇ ਨੇ। ਗੁਰੂ ਅਮਰਦਾਸ ਜੀ ਨੇ ਜੋ ਨਗਰ ਹੈ ਉਹ ਚੁਣਿਆ ਹੈ ਗੋਇੰਦਵਾਲ ਸਾਹਿਬ। ਗੋਇੰਦਵਾਲ ਸਾਹਿਬ ਦੇ ਵਿੱਚ ਸੇਵਾਵਾਂ ਹੁੰਦੀਆਂ ਨੇ, ਦੂਰੋਂ ਨੇੜਿਓਂ ਸੰਗਤਾਂ ਆਉਂਦੀਆਂ ਨੇ। ਗੁਰੂ ਅਮਰਦਾਸ ਜੀ ਪ੍ਰਚਾਰ ਵਾਸਤੇ ਵੀ ਪ੍ਰਚਾਰਕ ਦੌਰੇ ਕਰਦੇ ਨੇ। ਬਾਬਾ ਬੁੱਢਾ ਜੀ ਹਰ ਸੇਵਾ ਦੇ ਵਿੱਚ ਆਪਣਾ ਹਿੱਸਾ ਪਾਉਂਦੇ ਨੇ, ਗੁਰੂ ਘਰ ਦੇ ਨਾਲ ਜੁੜੇ ਹੋਏ ਨੇ। ਹੁਣ ਵੇਖੋ ਕਿੰਨੀ ਬਖਸ਼ਿਸ਼ ਹੈ ਕਿ 12-13 ਸਾਲ ਦੀ ਆਯੂ ਦੇ ਵਿੱਚ ਬਾਬਾ ਬੁੱਢਾ ਜੀ ਗੁਰੂ ਘਰ ਵਿੱਚ ਆ ਗਏ ਸਨ। ਤਾਂ ਫਿਰ ਉਹ ਕਦੇ ਪਿੱਛੇ ਨਹੀਂ ਗਏ, ਹਮੇਸ਼ਾ ਹੀ ਗੁਰੂ ਘਰ ਦੇ ਨਾਲ ਜੁੜੇ ਰਹੇ। ਹਰ ਔਖੀ ਸੌਖੀ ਘੜੀ ਦੇ ਵਿੱਚ ਜਿਹੋ ਜਿਹਾ ਵੀ ਸਮਾਂ ਗੁਰੂ ਘਰ ਤੇ ਆਇਆ ਹੈ ਉਹਨਾਂ ਨੇ ਕਦੇ ਵੀ ਆਪਣੇ ਆਪ ਨੂੰ ਪਿਛਾਂਹ ਨਹੀਂ ਕੀਤਾ, ਅੱਗੇ ਰਹੇ ਨੇ, ਵੱਧ ਚੜ੍ਹ ਕੇ ਗੁਰੂ ਘਰ ਦੀ ਸੇਵਾ ਦੇ ਵਿੱਚ ਹਿੱਸਾ ਲਿਆ ਹੈ। ਫਿਰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਇੱਕ ਨਵਾਂ ਨਗਰ ਵਸਾਉਣ ਦਾ ਜੋ ਫੈਸਲਾ ਹੈ ਉਹ ਕੀਤਾ ਹੈ। ਜਗ੍ਹਾ ਦੀ ਚੋਣ ਕੀਤੀ ਗਈ ਹੈ, ਭਾਈ ਜੇਠਾ ਜੀ ਦੀ ਡਿਊਟੀ ਲੱਗੀ ਹੈ ਤੇ
ਅੰਮ੍ਰਿਤਸਰ ਨਗਰੀ ਜੋ ਹੈ ਉਹ ਵਸਾਈ ਜਾਣੀ ਹੈ, ਨਿਸ਼ਾਨਦੇਹੀ ਹੋਈ ਹੈ, ਸਾਰਾ ਕੁਝ ਹੋ ਗਿਆ ਹੈ। ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਹੁਣ ਇਸ ਸੰਸਾਰ ਤੋਂ ਜੋ ਉਹਨਾਂ ਨੇ ਚਲਾਨਾ ਕਰਨਾ ਹੈ, ਤੇ ਆਪਣੇ ਥਾਵੇਂ ਜੋ ਅਗਲਾ ਗੁਰੂ ਹੈ ਉਹ ਰਾਮਦਾਸ ਜੀ, ਜਿਹਨੂੰ ਭਾਈ ਜੇਠਾ ਜੀ ਕਿਹਾ ਜਾਂਦਾ ਹੈ। ਭਾਈ ਜੇਠਾ ਜੀ ਨੂੰ ਗੁਰਤਾ ਗੱਦੀ ਦੀ ਬਖਸ਼ਿਸ਼ ਕਰਦੇ ਨੇ, ਬਾਬਾ ਬੁੱਢਾ ਜੀ ਨੂੰ ਬੁਲਾਇਆ ਜਾਂਦਾ ਹੈ, ਤੇ ਸਾਰੀਆਂ ਜੋ ਗੁਰਿਆਈ ਦੀਆਂ ਰਸਮਾਂ ਨੇ ਬਾਬਾ ਬੁੱਢਾ ਜੀ ਨਿਭਾਉਂਦੇ ਨੇ, ਤੇ ਗੁਰੂ ਰਾਮਦਾਸ ਜੀ ਗੁਰਤਾ ਗੱਦੀ ਤੇ ਬੈਠਦੇ ਨੇ। ਇੱਥੇ ਵੀ ਵਿਰੋਧ ਹੋਇਆ ਹੈ। ਗੁਰੂ ਅਮਰਦਾਸ ਜੀ ਦੇ ਦੋਨੋਂ ਬੇਟੇ ਬਾਬਾ ਮੋਹਨ ਜੀ ਤੇ ਬਾਬਾ ਮੋਹਰੀ ਜੀ ਉਹ ਇਸ ਦੇ ਹੱਕ ਵਿੱਚ ਨਹੀਂ ਸਨ ਕਿ ਜੋ ਗੁਰਤਾ ਗੱਦੀ ਹੈ ਉਹ ਜੇਠਾ ਜੀ ਨੂੰ ਮਿਲੇ। ਮੋਹਨ ਜੀ ਨੇ ਤਾਂ ਕਾਫੀ ਜੋ ਵਿਰੋਧ ਹੈ ਉਹ ਦਰਜ ਕਰਵਾਇਆ, ਪਰ ਕਿਉਂਕਿ ਇਹ ਜੋ ਗੁਰਤਾ ਗੱਦੀ ਹੈ ਇਹਦੀ ਬਖਸ਼ਿਸ਼ ਤਾਂ ਧੁਰੋਂ ਹੀ ਹੋ ਕੇ ਆਈ ਹੈ, ਔਰ ਇਹਦੀ ਚੋਣ ਤਾਂ ਉਹਨੇ ਅਕਾਲ ਪੁਰਖ ਨੇ ਆਪ ਕੀਤੀ। ਫਿਰ ਉਹ ਜਿਹ 'ਤੇ ਬਖਸ਼ਿਸ਼ ਹੋਣੀ ਹੈ ਉਹ ਉਸੇ 'ਤੇ ਹੀ ਹੋਣੀ ਹੈ, ਤੇ ਉਹ ਬਖਸ਼ਿਸ਼ ਹੋਈ ਹੈ ਗੁਰੂ ਰਾਮਦਾਸ ਜੀ ਦੇ ਉੱਤੇ, ਜਿਨ੍ਹਾਂ ਨੂੰ ਜੇਠਾ ਜੀ ਵੀ ਕਿਹਾ ਜਾਂਦਾ ਹੈ। ਤਾਂ ਉਹ ਗੱਦੀ ਦੇ ਉੱਤੇ ਬੈਠ ਜਾਂਦੇ ਨੇ। ਹੁਣ ਉਹ ਨਗਰ ਜਿਹੜਾ ਹੈ ਉਹ ਵਸਣਾ ਸ਼ੁਰੂ ਹੁੰਦਾ ਹੈ ਅੰਮ੍ਰਿਤਸਰ, ਔਰ ਉੱਥੇ ਜੋ ਹਰ ਕਿੱਤੇ ਦੇ ਲੋਕਾਂ ਨੂੰ, ਕਹਿੰਦੇ ਨੇ 52 ਕਿੱਤਿਆਂ ਦੇ ਲੋਕਾਂ ਨੂੰ ਗੁਰੂ ਰਾਮਦਾਸ ਜੀ ਨੇ ਉਸ ਜਗ੍ਹਾ ਦੇ ਉੱਤੇ ਇਕੱਤਰ ਕੀਤਾ, ਯਾਨੀ ਕਿ ਉਸ ਨਗਰ ਦੇ ਵਿੱਚ, ਉਸ ਸ਼ਹਿਰ ਦੇ ਵਿੱਚ ਵਸਾਇਆ, ਤਾਂ ਕਿ ਕਿਸੇ ਨੂੰ ਵੀ ਕਿਸੇ ਕਿਸਮ ਦੀ ਕਮੀ ਨਾ ਆ ਸਕੇ। ਪਰ ਉਹ ਨਗਰ ਦੇ ਵਿੱਚ ਗੁਰੂ ਸਾਹਿਬ ਜੀ ਨੇ ਸੈਂਟਰ ਦੇ ਵਿੱਚ ਤਲਾਬ ਬਣਾਇਆ ਹੈ, ਜਿਹਨੂੰ ਅੰਮ੍ਰਿਤਸਰ ਸਰੋਵਰ ਕਿਹਾ ਜਾਂਦਾ ਹੈ। ਉਹਦੇ ਵਿੱਚ ਜੋ ਅਸੀਂ ਅੱਜ ਇਮਾਰਤ ਦੇਖਦੇ ਹਾਂ ਉਹ ਗੁਰੂ ਅਰਜਨ ਸਾਹਿਬ ਜੀ ਨੇ ਬਣਾਈ ਹੈ, ਤੇ ਸਰੋਵਰ ਦੀ ਜੋ ਖੁਦਾਈ ਹੈ ਉਹ ਗੁਰੂ ਰਾਮਦਾਸ ਜੀ ਕਰਕੇ ਗਏ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਜਦੋਂ ਉਹ ਸਰੋਵਰ ਦੀ ਖੁਦਾਈ ਕਰਵਾਈ ਤਾਂ ਬਾਬਾ ਬੁੱਢਾ ਜੀ ਵੀ ਉਹ ਸੇਵਾ ਨਾਲ ਕਰਦੇ। ਇਤਿਹਾਸ ਲਿਖਦਾ ਹੈ ਕਿ ਬਾਬਾ ਬੁੱਢਾ ਜੀ ਆਪਣੇ ਸਿਰ ਦੇ ਉੱਤੇ ਮਿੱਟੀ ਦੀਆਂ ਭਰੀਆਂ ਟੋਕਰੀਆਂ ਜਿਹੜੀਆਂ ਨੇ ਉਹ ਚੁੱਕਦੇ ਨੇ, ਤਾਂ ਉਹ ਜੋ ਸੇਵਾ ਹੈ ਉਹਨਾਂ ਨੇ ਘਾਲਣਾ ਹੈ, ਜੋ ਕਮਾਈ ਕੀਤੀ ਹੈ ਉਹਦਾ ਫਲ ਬਾਬਾ ਬੁੱਢਾ ਜੀ ਨੂੰ ਵੀ ਮਿਲਿਆ। ਅੱਜ ਤੁਸੀਂ ਦੇਖਦੇ ਹੋ ਜਦੋਂ ਅਸੀਂ ਬਾਬਾ ਦਰਬਾਰ ਸਾਹਿਬ ਜਾਂਦੇ ਹਾਂ ਤੇ ਪਰਿਕਰਮਾ ਕਰਨ ਤੋਂ ਬਾਅਦ ਜਦੋਂ ਵਾਪਸੀ ਵੇਲੇ ਆਉਂਦੇ ਹਾਂ ਅਸੀਂ, ਤੇ ਉੱਥੇ ਇੱਕ ਬੇਰੀ ਹੈ ਜਿਹਨੂੰ ਬਾਬੇ ਬੁੱਢੇ ਦੀ ਬੇਰ ਕਿਹਾ ਜਾਂਦਾ ਹੈ। ਇੱਕ ਲਾਚੀ ਬੇਰ ਹੈ, ਪਰ ਉਸ ਤੋਂ ਅੱਗੇ ਹੋਰ ਆਈਏ ਤਾਂ ਫਿਰ ਉੱਥੇ ਇਹ ਬਾਬੇ ਬੁੱਢੇ ਦੀ ਬੇਰ ਸਾਨੂੰ ਉਹਦੇ ਦਰਸ਼ਨ ਹੁੰਦੇ ਨੇ। ਇਹ ਜੋ ਬੇਰੀ ਹੈ ਇਹ ਬਾਬਾ ਬੁੱਢਾ ਜੀ ਇਹਦੇ ਥੱਲੇ ਬੈਠ ਕੇ ਕਾਰ ਸੇਵਾ ਕਰਵਾਇਆ ਕਰਦੇ ਸਨ ਸੰਗਤਾਂ ਦੇ ਨਾਲ। ਤਾਂ ਇਹ ਆਪਣੇ ਵਿੱਚ ਬਹੁਤ ਜ਼ਿਆਦਾ ਜੋ ਇਤਿਹਾਸ ਹੈ ਉਹ ਸਮੋ ਕੇ ਬੈਠੀ ਹੋਈ ਹੈ। ਅੱਜ ਵੀ ਜਦੋਂ ਅਸੀਂ ਉਹਦੇ ਥੱਲੇ ਜਾਂਦੇ ਹਾਂ ਤਾਂ ਸਾਨੂੰ ਬਾਬਾ ਬੁੱਢਾ ਜੀ ਦਾ ਉਹ ਪੂਰਾ ਇਤਿਹਾਸ ਜੋ ਹੈ ਉਹ ਚੇਤੇ ਆ ਜਾਂਦਾ ਹੈ ਕਿ ਕਿਵੇਂ ਉਹ ਸਮੇਂ ਹੋਣਗੇ ਜਦੋਂ ਬਾਬਾ ਬੁੱਢਾ ਜੀ ਇੱਥੇ ਬੈਠਦੇ ਹੋਣਗੇ, ਬਿਰਾਜਮਾਨ ਹੁੰਦੇ ਹੋਣਗੇ, ਸੰਗਤਾਂ ਸੇਵਾ ਕਰਦੀਆਂ ਹੋਣਗੀਆਂ, ਕੋਈ ਟੋਕਰੀਆਂ ਦੇ ਨਾਲ, ਕੋਈ ਕਈਆਂ ਦੇ ਨਾਲ, ਕਿਵੇਂ ਇਹ ਸਾਰਾ ਜੋ ਨਗਰ ਹੈ ਜਾਂ ਇਹ ਸਰੋਵਰ ਹੈ ਜਾਂ ਇਹ ਜੋ ਗੁਰੂ ਘਰ ਹੈ ਇਹਦੀ ਪੂਰੀ ਜੋ ਤਿਆਰੀ ਹੈ ਉਹ ਕਿੰਨੇ ਉਤਸ਼ਾਹ ਦੇ ਨਾਲ ਜੋ ਉਹ ਬਾਬਾ ਬੁੱਢਾ ਜੀ ਨੇ ਉੱਥੇ ਕਰਵਾਈ ਹੋਏਗੀ ਨਾਲ ਲੱਗ ਕੇ। ਸੋ ਜਦੋਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਇਸ ਸੰਸਾਰ ਤੋਂ ਜਾਂਦੇ ਨੇ ਤਾਂ ਆਪਣੀ ਥਾਵੇਂ ਗੁਰਤਾ ਗੱਦੀ ਦੇ ਉੱਤੇ ਆਪਣੇ ਸਭ ਤੋਂ ਛੋਟੇ ਪੁੱਤਰ ਗੁਰੂ ਅਰਜਨ ਸਾਹਿਬ ਜੀ ਨੂੰ ਵਿਰਾਜਮਾਨ ਕਰਦੇ। ਪੰਜਵੀਂ ਪਾਤਸ਼ਾਹੀ ਨੂੰ ਗੁਰਤਾ ਗੱਦੀ ਦਿੱਤੀ ਜਾਂਦੀ ਹੈ, ਬਾਬਾ ਬੁੱਢਾ ਜੀ ਨੂੰ ਬੁਲਾਇਆ ਜਾਂਦਾ ਹੈ, ਤੇ ਬਾਬਾ ਬੁੱਢਾ ਜੀ ਪਰਿਕਰਮਾ ਕਰਕੇ ਮੱਥਾ ਟੇਕਦੇ ਨੇ ਗੁਰਿਆਈ ਦੀ ਬਖਸ਼ਿਸ਼ ਕਰਕੇ। ਤਾਂ ਉਸ ਸਮੇਂ ਦੇ ਵਿੱਚ ਜੋ ਵਿਰੋਧ ਹੈ ਉਹ ਪ੍ਰਿਥੀ ਚੰਦ ਨੇ ਕੀਤਾ। ਉਹਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਬਾਬਾ ਬੁੱਢਾ ਜੀ ਨੂੰ ਕਿ ਤੁਸੀਂ ਤਾਂ ਸਿਆਣੇ ਹੋ, ਸਮਝਦਾਰ ਹੋ, ਬਜ਼ੁਰਗ ਹੋ ਤੁਸੀਂ, ਤੇ ਤੁਹਾਡਾ ਫਰਜ਼ ਬਣਦਾ ਸੀ ਕਿ ਮੈਂ ਵੱਡਾ ਆ, ਤੁਸੀਂ ਮੈਨੂੰ ਗੱਦੀ ਤੇ ਬਿਠਾਉਂਦੇ, ਤੁਸੀਂ ਪਿਤਾ ਜੀ ਨੂੰ ਸਲਾਹ ਦਿੰਦੇ। ਪਰ ਬੁੱਢਾ ਜੀ ਨੇ ਸਮਝਾਇਆ ਕਿ ਨਿਮਰਤਾ ਦਾ ਘਰ ਗੁਰੂ ਅਰਜਨ ਸਾਹਿਬ ਜੀ, ਸ਼ਾਂਤੀ ਦੇ ਪੁੰਜ, ਇਹਦੀ ਬਖਸ਼ਿਸ਼ ਤਾਂ ਧੁਰੋਂ ਅਕਾਲ ਪੁਰਖ ਨੇ ਕੀਤੀ ਹੋਈ ਹੈ, ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਇਹਦੀ ਚੋਣ ਕੀਤੀ ਹੈ। ਉਹੀ ਯੋਗ ਸਨ, ਇਸ ਕਰਕੇ ਉਹਨਾਂ ਨੂੰ ਜੋ ਹੈ ਉਹ ਗੁਰਤਾ ਗੱਦੀ ਦਿੱਤੀ ਗਈ ਹੈ। ਪ੍ਰਿਥੀ ਚੰਦ ਨੇ ਇੰਨਾ ਜ਼ਿਆਦਾ ਵਿਰੋਧ ਕੀਤਾ ਕਿ ਜਦੋਂ ਗੁਰੂ ਰਾਮਦਾਸ ਜੀ ਅਕਾਲ ਚਲਾਨਾ ਕਰ ਜਾਂਦੇ ਨੇ, ਜੋਤ ਸਮਾ ਜਾਂਦੇ ਨੇ, ਤਾਂ ਜਿਹੜੀ ਸੰਸਾਰਿਕ ਤੌਰ ਦੇ ਉੱਤੇ ਜੋ ਰਸਮ ਕੀਤੀ ਜਾਂਦੀ ਹੈ, ਜੋ ਪੱਗ ਬੰਨੀ ਜਾਂਦੀ ਹੈ, ਤਾਂ ਉਸ ਸਮੇਂ ਉਹਦੇ ਇਹ ਕਿਹਾ ਕਿ ਮੈਂ ਵੱਡਾ ਆ, ਪੱਗ ਮੈਨੂੰ ਬੱਚੇਗੀ,
ਤੇ ਇਸ ਕਰਕੇ ਗੁਰਤਾ ਦਾ ਅਧਿਕਾਰੀ ਵੀ ਮੈਂ ਹੋ ਜਾਵਾਂ। ਪਰ ਬਾਬਾ ਬੁੱਢਾ ਜੀ ਜੋ ਮੋਹਰੀ ਸਿੱਖ ਸਨ, ਭਾਈ ਗੁਰਦਾਸ ਜੀ ਨਾਲ ਹੋਰ ਪਤਵੰਤੇ ਸੱਜਣ ਸਾਰੇ ਸਿੱਖਾਂ ਨੇ ਫੈਸਲਾ ਕੀਤਾ ਕਿ ਜੋ ਪਗੜੀਆਂ ਨੇ ਉਹ 2 ਦਿੱਤੀਆਂ ਜਾਣ। ਬਾਬਾ ਬੁੱਢਾ ਜੀ ਨੇ ਇੱਕ ਪਗੜੀ ਜਿਹੜੀ ਸੀ ਉਹ ਪ੍ਰਥਿਅਨ ਦਿੱਤੀ, ਜੋ ਸੰਸਾਰਿਕ ਪਗੜੀ ਸੀ, ਜੋ ਪਿਤਾ ਪੁਰਖੀ ਸੀ, ਤੇ ਜਿਹੜੀ ਗੁਰਤਾ ਦੀ ਗੱਦੀ ਸੀ, ਗੁਰਤਾ ਗੱਦੀ ਵਾਲੀ ਜੋ ਸੀ, ਉਹ ਪਗੜੀ ਗੁਰੂ ਅਰਜਨ ਸਾਹਿਬ ਜੀ ਦੇ ਸਿਰ ਤੇ ਤੁੰਨੀ। ਪ੍ਰਿਥੀ ਚੰਦ ਨੇ ਆ ਕੇ ਹੱਥ ਪਕੜ ਲਏ। ਬਾਬਾ ਬੁੱਢਾ ਜੀ ਨੇ ਕਿਹਾ ਕਿ ਜਿਹੜੀ ਬਖਸ਼ਿਸ਼ ਗੁਰੂ ਰਾਮਦਾਸ ਜੀ ਕਰ ਗਏ ਨੇ ਉਹਨੂੰ ਮੋੜਿਆ ਨਹੀਂ ਜਾ ਸਕਦਾ। ਜੇ ਤੂੰ ਇਹ ਪੱਗ ਨਾ ਵੀ ਬੰਨ੍ਹਣ ਦੇਂਗਾ, ਇਹ ਵੀ ਲੈ ਜਾਏਗਾ, ਤਾਂ ਵੀ ਜੋ ਗੁਰਤਾ ਗੱਦੀ ਉਹ ਗੁਰੂ ਅਰਜਨ ਸਾਹਿਬ ਜੀ ਦੇ ਕੋਲ ਹੀ ਰਹਿਣੀ ਹੈ, ਉਹਨੂੰ ਕੋਈ ਨਹੀਂ ਮੋੜ ਸਕਦਾ। ਸੋ ਉਹਨਾਂ ਹੀ ਸਮਿਆਂ ਦੇ ਦੌਰਾਨ ਇਹ ਘਟਨਾ ਵਾਪਰਦੀ ਹੈ ਕਿ ਕੋਈ ਸੰਗਤ ਜੋ ਹੈ ਗੁਰੂ ਕਾ ਸਿੱਖ ਬੀੜ ਦਾ ਜੋ ਇਲਾਕਾ ਹੈ ਉਹਦੇ ਵਿੱਚੋਂ ਇੱਕ ਜ਼ਮੀਨ ਦਾ ਟੁਕੜਾ ਗੁਰੂ ਘਰ ਨੂੰ ਭੇਟਾ ਕਰ ਦਿੰਦਾ ਹੈ, ਤੇ ਬਾਬਾ ਬੁੱਢਾ ਜੀ ਦੀ ਡਿਊਟੀ ਲੱਗਦੀ ਹੈ ਕਿ ਤੁਸੀਂ ਉਸ ਬੀੜ ਵਿੱਚ ਜਾਓ ਤੇ ਜਾ ਕੇ ਉੱਥੇ ਗੁਰੂ ਕੇ ਜੋ ਮਾਲ ਡੰਗਰ ਨੇ, ਖੇਤੀਬਾੜੀ ਉਹਨੂੰ ਦੇਖੋ। ਬਾਬਾ ਬੁੱਢਾ ਜੀ ਉੱਥੇ ਪਹੁੰਚਦੇ ਨੇ, ਸੇਵਾਵਾਂ ਕਰਦੇ ਨੇ ਵੱਡੇ ਪੱਧਰ ਦੇ ਉੱਤੇ। ਜੋ ਉੱਥੇ ਮਾਲ ਡੰਗਰ ਰੱਖਿਆ ਹੋਇਆ ਹੈ, ਮੱਝਾਂ ਰੱਖੀਆਂ ਹੋਈਆਂ ਨੇ, ਘਾਹ ਹੈ ਘੋੜਿਆਂ ਵਾਸਤੇ, ਹੋਰ ਫਸਲਾਂ ਨੇ, ਉਹ ਸਾਰੀ ਦੇਖਭਾਲ ਕਰਨੀ, ਹੱਥੀਂ ਸੰਭਾਲ ਕਰਨੀ ਤੇ ਆਪ ਕਾਰ ਕਰਨੀ, ਇਹ ਸਾਰੇ ਕੰਮ ਬਾਬਾ ਬੁੱਢਾ ਜੀ ਕਰਦੇ ਨੇ। ਉਹਨਾਂ ਸਮਿਆਂ ਦੇ ਦੌਰਾਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਹੋ ਜਾਂਦੀ ਹੈ। ਗੁਰੂ ਸਾਹਿਬ ਜੀ ਨੂੰ ਲਾਹੌਰ ਦੇ ਵਿੱਚ ਸ਼ਹੀਦ ਕਰ ਦਿੱਤਾ ਜਾਂਦਾ ਹੈ ਮੁਗਲਾਂ ਦੇ ਵੱਲੋਂ। ਔਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਜੋ ਕਿ ਗੁਰਤਾ ਗੱਦੀ ਤੇ ਬੈਠਦੇ ਨੇ, ਔਰ ਇਹਨਾਂ ਨੂੰ ਜੋ 6ਵੇਂ ਗੁਰੂ ਨੇ, ਇਹਨਾਂ ਨੂੰ ਵੀ ਗੁਰਤਾ ਗੱਦੀ ਦੀ ਜੋ ਬਖਸ਼ਿਸ਼ ਹੈ ਉਹ ਗੁਰੂ ਅਰਜਨ ਸਾਹਿਬ ਜੀ ਆਪ ਜਾਣ ਤੋਂ ਪਹਿਲਾਂ ਕਰਕੇ ਜਾਂਦੇ ਨੇ, ਤੇ ਬਾਬਾ ਬੁੱਢਾ ਜੀ ਉਹਨਾਂ ਨੂੰ ਗੁਰਿਆਈ ਦੀਆਂ ਰਸਮਾਂ ਨਿਭਾ ਕੇ ਗੁਰਤਾ ਗੱਦੀ ਤੇ ਬਿਰਾਜਮਾਨ ਕਰਦੇ ਨੇ ਤੇ ਫਿਰ ਮੱਥਾ ਟੇਕਦੇ ਨੇ। ਔਰ ਗੁਰੂ ਹਰਗੋਬਿੰਦ ਸਾਹਿਬ ਜੀ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਇਹਨਾਂ ਦਾ ਜਨਮ ਹੋਇਆ ਸੀ ਤਾਂ ਗੁਰੂ ਅਰਜਨ ਸਾਹਿਬ ਜੀ ਨੇ ਇਹਨਾਂ ਦੀ ਸਾਰੀ ਸਿੱਖਿਆ ਦਾ ਜੋ ਪ੍ਰਬੰਧ ਸੀ ਉਹ ਬਾਬਾ ਬੁੱਢਾ ਜੀ ਨੂੰ ਦੇ ਦਿੱਤਾ ਸੀ। ਬਾਬਾ ਬੁੱਢਾ ਜੀ ਹਰ ਤਰ੍ਹਾਂ ਦੀ ਵਿੱਦਿਆ ਜਾਣਦੇ ਸਨ, ਸ਼ਸਤਰ ਵਿੱਦਿਆ, ਘੋੜ ਸਵਾਰੀ, ਤੇ ਉਹਨਾਂ ਸਾਰੀਆਂ ਵਿਦਿਆਵਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬਾਬਾ ਬੁੱਢਾ ਜੀ ਨੇ ਦਿੱਤੀਆਂ। ਬਾਲ ਅਵਸਥਾ ਦੇ ਵਿੱਚ ਹੀ ਉਹਨਾਂ ਨੂੰ ਘੋੜ ਸਵਾਰੀ ਸਿਖਾਈ, ਤਲਵਾਰਬਾਜ਼ੀ ਸਿਖਾਈ, ਕੁਸ਼ਤੀਆਂ ਸਿਖਾਈਆਂ, ਵਿੱਦਿਆ ਊੜਾ ਐੜਾ ਪੜ੍ਹਨਾ ਸਿਖਾਇਆ, ਗੁਰਬਾਣੀ ਦੀ ਨੌਲੇਜ ਦਿੱਤੀ, ਕਥਾ ਵਿਚਾਰਾਂ ਸਿਖਾਈਆਂ। ਕਈ ਇਤਿਹਾਸ ਤਾਂ ਕਹਿੰਦੇ ਨੇ ਕਿ 65 ਤਰ੍ਹਾਂ ਦੀਆਂ ਜੋ ਵਿਦਿਆਵਾਂ ਸਨ ਉਹ ਬਾਬਾ ਬੁੱਢਾ ਜੀ ਨੇ ਹਰਗੋਬਿੰਦ ਜੀ ਨੂੰ ਦਿੱਤੀਆਂ। ਇੰਨਾ ਹੀ ਨਹੀਂ, ਹਰਗੋਬਿੰਦ ਜੀ ਦੀ ਜੋ ਸੰਤਾਨ ਸੀ ਉਹਨਾਂ ਨੂੰ ਵੀ ਜੋ ਇਹ ਵਿਦਿਆਵਾਂ ਨੇ ਉਹ ਬਾਬਾ ਬੁੱਢਾ ਜੀ ਨੇ ਪੜ੍ਹਾਈਆਂ। ਹੁਣ ਉਹ ਬਾਬਾ ਬੁੱਢਾ ਜੀ ਜਿਨ੍ਹਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬਚਪਨ ਤੋਂ ਤੱਕਿਆ ਹੈ, ਛੋਟੇ ਹੁੰਦਿਆਂ ਉਹਨਾਂ ਨੂੰ ਹਰ ਵਿੱਦਿਆ ਦੇ ਵਿੱਚ ਨਿਪੁੰਨ ਕੀਤਾ ਹੈ, ਸਿਖਲਾਈ ਦਿੱਤੀ ਗਈ, ਤਾਂ ਹੁਣ ਜਦੋਂ ਉਹਨਾਂ ਨੂੰ ਗੁਰਿਆਈ ਤੇ ਬਿਠਾਉਣ ਦਾ ਸਮਾਂ ਆਇਆ ਤਾਂ ਪਤਾ ਲੱਗ ਗਿਆ ਕਿ ਹੁਣ ਹਕੂਮਤ ਜਿਹੜੀ ਹੈ ਉਹ ਕੀ ਚਾਹੁੰਦੀ ਹੈ। ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਹੋ ਚੁੱਕੀ ਹੈ ਔਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੱਦੀ ਤੇ ਬੈਠਣਾ ਹੈ, ਤਾਂ ਮੀਰੀ ਤੇ ਪੀਰੀ ਦੀਆਂ 2 ਤਲਵਾਰਾਂ ਜਿਹੜੀਆਂ ਨੇ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪਹਿਨਾਈਆਂ ਜਾਂਦੀਆਂ। ਕਈ ਇਤਿਹਾਸਕਾਰ ਕਹਿੰਦੇ ਨੇ ਕਿ ਬਾਬਾ ਬੁੱਢਾ ਜੀ ਵਿਰੁੱਧ ਹੋ ਗਏ ਸਨ, ਇਸ ਕਰਕੇ ਉਹਨਾਂ ਨੇ ਪਹਿਲੀ ਤਲਵਾਰ ਉਲਟੇ ਬੰਨੇ ਪਾਤੀ, ਫਿਰ ਸਿੱਧੇ ਬੰਨੇ ਪਾਈ। ਨਹੀਂ, ਇਸ ਦੀ ਪੂਰੀ ਪਲੈਨਿੰਗ ਸੀ, ਪੂਰੀ ਤਿਆਰੀ ਕੀਤੀ ਗਈ ਸੀ ਕਿ ਹੁਣ ਗੱਲਾਂ ਖਾਲੀ ਮੀਰੀ ਨਾਲ ਗੱਲ ਨਹੀਂ ਚੱਲਣੀ, ਹੁਣ ਖਾਲੀ ਮੀਰੀ ਤੇ ਪੀਰੀ 2 ਤਲਵਾਰਾਂ ਧਾਰਨ ਕਰਨੀਆਂ ਪੈਣੀਆਂ। ਮੀਰੀ ਸੰਸਾਰਿਕ ਸ਼ਕਤੀ ਦਾ ਪ੍ਰਤੀਕ ਹੈ ਤੇ ਪੀਰੀ ਉਸ ਰੱਬੀ ਸ਼ਕਤੀ ਜੋ ਪਰਮਾਤਮਾ ਦੇ ਨਾਲ ਜੋੜਦੀ ਹੈ। ਤੇ ਬਾਬਾ ਬੁੱਢਾ ਜੀ ਨੇ 2 ਤਲਵਾਰਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪਹਿਨਾਈਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਕਾਲ ਤਖਤ ਦੀ ਸਿਰਜਣਾ ਕੀਤੀ, ਜਿਹਨੂੰ ਅਕਾਲ ਬੂੰਗਾ ਕਿਹਾ ਜਾਂਦਾ ਹੈ। ਤਾਂ ਜਦੋਂ ਉਸ ਦੀ ਸਿਰਜਣਾ ਹੋਣੀ ਸੀ ਤਾਂ ਸਿਰਫ 3 ਵਿਅਕਤੀ ਜਿਹੜੇ ਨੇ ਉਹ ਅਕਾਲ ਬੂੰਗੇ ਦਾ ਥੜਾ ਤਿਆਰ ਕਰ ਰਹੇ ਨੇ। ਕੌਣ ਨੇ? ਇੱਕ ਗੁਰੂ ਹਰਗੋਬਿੰਦ ਸਾਹਿਬ ਜੀ ਆਪ, ਦੂਜਾ ਭਾਈ
ਗੁਰਦਾਸ ਜੀ ਤੇ ਤੀਜੇ ਬਾਬਾ ਬੁੱਢਾ ਜੀ। ਤਿੰਨੇ ਹੀ ਮਹਾਨ ਵਿਦਵਾਨ, ਤਿੰਨੇ ਹੀ ਉਸ ਰੱਬ ਦਾ ਰੂਪ। ਕਹਿੰਦੇ ਨੇ ਆਪਣੇ ਹੱਥਾਂ ਦੇ ਨਾਲ ਬਾਬਾ ਬੁੱਢਾ ਜੀ ਨੇ ਇੱਟਾਂ ਦੀ ਚਿਣਾਈ ਕੀਤੀ, ਭਾਈ ਗੁਰਦਾਸ ਜੀ ਨੇ ਚੂਨਾ ਲਾਇਆ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਸ ਤਰ੍ਹਾਂ ਅਕਾਲ ਬੁੰਗੇ ਦੀ ਤਿਆਰੀ ਕੀਤੀ। ਉਹ ਥੜਾ ਬਣਾਇਆ ਜਿਹੜਾ ਮੁਗਲ ਹਕੂਮਤ ਦੇ ਥੜੇ ਨਾਲੋਂ ਉੱਚਾ ਸੀਗਾ ਤੇ ਉਸ ਤਖਤ ਦੇ ਉੱਤੇ ਗੁਰੂ ਹਰਗੋਬਿੰਦ ਸਾਹਿਬ ਜੀ ਬਿਰਾਜਮਾਨ ਹੋਏ ਤੇ ਉਸ ਤਖਤ ਦੇ ਸਾਹਮਣੇ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੁਸ਼ਤੀਆਂ ਕਰਵਾਈਆਂ, ਸ਼ਸਤਰ ਵਿੱਦਿਆ ਕਰਵਾਈ, ਸਿੱਖਾਂ ਨੂੰ ਸ਼ਸਤਰ ਲਿਆਉਣ ਦੇ ਲਈ ਪ੍ਰੇਰਿਤ ਕੀਤਾ, ਘੋੜ ਸਵਾਰੀ ਸ਼ੁਰੂ ਹੋਈ। ਗੁਰੂ ਸਾਹਿਬ ਜੀ ਨੇ ਕਲਗੀ ਧਾਰਨ ਕੀਤੀ, ਕਿਰਪਾਨਾਂ ਪਕੜੀਆਂ ਹੱਥ ਵਿੱਚ, ਘੋੜੇ ਤੇ ਬੈਠਣਾ ਸ਼ੁਰੂ ਕੀਤਾ। ਇਸ ਤਰ੍ਹਾਂ ਸਿੱਖੀ ਦਾ ਜੋ ਨਵਾਂ ਰੂਪ ਸੀਗਾ ਉਹ ਪ੍ਰਗਟ ਹੋਇਆ ਤੇ ਬਾਬਾ ਬੁੱਢਾ ਜੀ ਨੇ ਉਹਦੇ ਵਿੱਚ ਹਰ ਕਿਸਮ ਦਾ ਜੋ ਯੋਗਦਾਨ ਸੀਗਾ ਉਹ ਦਿੱਤਾ ਤੇ ਫਿਰ ਆਪਣੇ ਨਗਰ ਬੀੜ ਪਹੁੰਚੇ ਔਰ ਉਹੀ ਜੋ ਸੇਵਾ ਸ਼ੁਰੂ ਤੋਂ ਕਰਦੇ ਆਏ ਨੇ ਉਹ ਕਰਦੇ ਨੇ। ਸਮਾਂ ਪੈਂਦਾ ਹੈ, ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮੁਗਲ ਹਕੂਮਤ ਕੈਦ ਕਰ ਲੈਂਦੀ ਹੈ, ਗਵਾਲੀਅਰ ਦੇ ਕਿਲ੍ਹੇ ਵਿੱਚ ਲਿਜਾਇਆ ਜਾਂਦਾ ਹੈ। ਸੰਗਤਾਂ ਨੂੰ ਦਰਸ਼ਨ ਨਹੀਂ ਹੁੰਦੇ ਗੁਰੂ ਦੇ, ਸੰਗਤਾਂ ਵਿਆਕੁਲ ਹੋ ਕੇ ਬੀੜ ਪਹੁੰਚਦੀਆਂ ਨੇ ਤੇ ਬਾਬਾ ਬੁੱਢਾ ਜੀ ਨੂੰ ਬੇਨਤੀ ਕਰਦੀਆਂ ਨੇ, ਤੁਸੀਂ ਕਿਰਪਾ ਕਰੋ, ਤੁਸੀਂ ਸਾਨੂੰ ਗੁਰੂ ਹਰਗੋਬਿੰਦ ਜੀ ਨਾਲ ਮਿਲਾਓ। ਬਾਬਾ ਜੀ ਨੇ ਬੜੀ ਕਿਰਪਾ ਕੀਤੀ। ਅੱਜ ਵੀ ਅਸੀਂ ਵੇਖਦੇ ਹਾਂ ਕਿ ਚੌਂਕੀਆਂ ਨਿਕਲਦੀਆਂ ਨੇ। ਇਹ ਜੋ ਚੌਂਕੀਆਂ ਦੀ ਰਸਮ ਹੈ ਇਹ ਬਾਬਾ ਬੁੱਢਾ ਸਾਹਿਬ ਜੀ ਨੇ ਸ਼ੁਰੂ ਕੀਤੀ ਸੀ। ਸਿੱਖਾਂ ਨੂੰ ਇਕੱਠਿਆਂ ਕੀਤਾ, ਹੱਥਾਂ ਦੇ ਵਿੱਚ ਮਿਸਾਲਾਂ ਪਕੜੀਆਂ, ਅੱਗ ਬਾਲ ਕੇ ਚਾਨਣ ਕਰਨ ਵਾਸਤੇ ਤੇ ਉੱਥੋਂ ਹੁਣ ਉਸ ਸਮੇਂ ਬਾਬਾ ਬੁੱਢਾ ਜੀ ਦੀ ਉਮਰ ਕੋਈ 100 ਸਾਲ ਤੋਂ ਉੱਪਰ ਹੈ ਤੇ ਬਾਬਾ ਬੁੱਢਾ ਜੀ ਗਵਾਲੀਅਰ ਦੇ ਕਿਲ੍ਹੇ ਤੱਕ ਪੈਦਲ ਆਉਂਦੇ ਨੇ ਸੰਗਤਾਂ ਦੇ ਨਾਲ ਤੇ ਆ ਕੇ ਸ਼ਬਦ ਪੜ੍ਹਦਿਆਂ ਹੋਇਆਂ ਗੁਰੂ ਹਰਗੋਬਿੰਦ ਸਾਹਿਬ ਜੀ ਜਿਸ ਕਿਲ੍ਹੇ ਵਿੱਚ ਕੈਦ ਨੇ ਉਹਦੀ ਪਰਿਕਰਮਾ ਕਰਦੇ ਨੇ ਤੇ ਪਰਿਕਰਮਾ ਕਰਕੇ ਜਿਸ ਰਸਤੇ ਤੋਂ ਗੁਰੂ ਹਰਗੋਬਿੰਦ ਸਾਹਿਬ ਜੀ ਅੰਦਰ ਗਏ ਨੇ ਉੱਥੋਂ ਗੁਰੂ ਸਾਹਿਬ ਜੀ ਨੂੰ ਨਮਸਕਾਰ ਕਰਦੇ। ਜਦੋਂ ਇਹ ਜੋਸ਼ ਸਿੱਖਾਂ ਦਾ ਵਧਿਆ, ਦੁਨੀਆ ਇਕੱਠੀ ਹੋਣੀ ਸ਼ੁਰੂ ਹੋਈ, ਸੰਗਤਾਂ ਜੁੜਨੀਆਂ ਸ਼ੁਰੂ ਹੋਈਆਂ। ਪੰਜਾਬ ਤੋਂ ਵੱਡੀ ਗਿਣਤੀ ਦੇ ਰੂਪ ਵਿੱਚ ਜਿਹੜੇ ਸਿੱਖ ਨੇ ਉਹ ਗਵਾਲੀਅਰ ਦੇ ਕਿਲ੍ਹੇ ਵੱਲ ਨੂੰ ਜਿਹੜੇ ਨੇ ਉਹ ਤੁਰ ਪਏ ਨੇ, ਚੌਂਕੀਆਂ ਕੱਢਦੇ ਹੋਏ, ਸ਼ਬਦ ਕੀਰਤਨ ਗਾਇਨ ਕਰਦੇ, ਹੱਥ ਵਿੱਚ ਝੰਡੇ ਪਕੜੇ ਹੋਏ, ਨਿਸ਼ਾਨ ਫੜੇ ਹੋਏ ਨੇ, ਮਿਸਾਲਾਂ ਜਗ ਰਹੀਆਂ ਨੇ। ਤਾਂ ਹਕੂਮਤ ਨੂੰ ਵੀ ਡਰ ਪੈ ਗਿਆ ਬਗਾਵਤ ਨਾ ਉੱਠ ਜਾਏ। ਫਿਰ ਸਾਈਂ ਮੀਆਂ ਮੀਰ ਵਰਗੇ ਸੂਫੀ ਸੰਤਾਂ ਵਰਗੇ ਉਹਨਾਂ ਨੇ ਉਸ ਬਾਦਸ਼ਾਹ ਨੂੰ ਕਹਿ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਉਸ ਕਿਲ੍ਹੇ ਵਿੱਚੋਂ ਰਿਹਾ ਕਰਵਾਇਆ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਨਾਲ 52 ਹੋਰ ਰਾਜਿਆਂ ਨੂੰ ਰਿਹਾ ਕਰਾ ਕੇ ਅੰਮ੍ਰਿਤਸਰ ਖੋਲ ਦਿੱਤੇ। ਸੋ ਐਸੀ ਮੂਰਤ ਸਨ ਬਾਬਾ ਬੁੱਢਾ ਸਾਹਿਬ ਜੀ ਔਰ ਬਾਬਾ ਬੁੱਢਾ ਜੀ ਨੂੰ ਇਹ ਵੀ ਸੁਭਾਗ ਮਿਲਿਆ ਕਿ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਤੋਂ ਪਹਿਲਾ ਜੋ ਵਾਕ ਹੈ ਉਹ ਲੈਣ ਦਾ ਮੌਕਾ ਮਿਲਿਆ ਤੇ ਉਹਨਾਂ ਨੂੰ ਅਸੀਂ ਪਹਿਲੇ ਗ੍ਰੰਥੀ ਵੀ ਕਹਿੰਦੇ ਹਾਂ, ਗੁਰੂ ਦੇ ਵਜ਼ੀਰ ਵੀ ਕਹਿੰਦੇ ਹਾਂ। ਗੁਰੂ ਅਰਜਨ ਸਾਹਿਬ ਜੀ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਰਬਾਰ ਸਾਹਿਬ ਵਿਖੇ ਪ੍ਰਕਾਸ਼ ਕੀਤਾ ਜਾਣਾ ਹੈ। ਸਵੇਰੇ ਸਾਰੀਆਂ ਸੰਗਤਾਂ ਅੰਮ੍ਰਿਤ ਵੇਲੇ ਇਕੱਤਰ ਹੋਈਆਂ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਉਹ ਬਾਬਾ ਬੁੱਢਾ ਜੀ ਦੇ ਸੀਸ ਉੱਤੇ ਰੱਖੀ। ਇਹ ਮਾਣ ਬਾਬਾ ਬੁੱਢਾ ਜੀ ਨੂੰ ਮਿਲਿਆ ਤੇ ਆਪ ਪਿੱਛੇ ਚੌਰ ਕਰਦੇ ਕਰਦੇ ਆ ਰਹੇ। ਅੱਗੇ ਬਾਬਾ ਬੁੱਢਾ ਜੀ ਨੇ ਸੀਸ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਹੈ ਉਹ ਪਹਿਲੀ ਵਾਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਪ੍ਰਕਾਸ਼ ਹੋਣ ਜਾ ਰਿਹਾ ਹੈ ਦਰਬਾਰ ਸਾਹਿਬ ਦੇ ਵਿੱਚ। ਕਿੰਨਾ ਸੋਹਣਾ, ਕਿੰਨਾ ਮਨਮੋਹਕ ਉਹ ਦ੍ਰਿਸ਼ ਹੋਏਗਾ ਜਦੋਂ ਬਾਬਾ ਬੁੱਢਾ ਜੀ ਨੇ ਆਪਣੇ ਸੀਸ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੱਖਿਆ ਹੋਏਗਾ ਤੇ ਦੁਨੀਆ ਦੇ ਰਹਿਬਰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ, ਆਪਣੇ ਹੱਥੀਂ ਚੌਰ ਲੈ ਕੇ ਉਹ ਚੌਰ ਕਰਦੇ ਆ ਰਹੇ ਨੇ ਪਿੱਛੇ ਪਿੱਛੇ ਤੇ ਅੱਗੇ ਅੱਗੇ ਬਾਬਾ ਬੁੱਢਾ ਜੀ ਸੀਸ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼। ਫਿਰ ਦਰਬਾਰ ਸਾਹਿਬ ਪਹੁੰਚਦੇ ਨੇ, ਹੁਕਮ ਹੁੰਦਾ ਹੈ ਤੁਸੀਂ ਆਵਾਜ਼ ਲਾਓ, ਤੁਸੀਂ ਹੁਕਮਨਾਮਾ ਲਓ ਤੇ ਗੁਰੂ ਬਾਬਾ ਬੁੱਢਾ ਜੀ ਨੇ ਫਿਰ ਹੁਕਮਨਾਮਾ ਲਿਆ। ਸੰਤਾਂ ਕੇ ਕਾਜ ਆਪ ਕਰੋ। ਇਹ ਸੁਭਾਗ ਬਾਬਾ ਬੁੱਢਾ ਜੀ ਨੂੰ ਮਿਲਿਆ ਤੇ ਉਹਨਾਂ ਨੂੰ ਦਰਬਾਰ ਸਾਹਿਬ ਦਾ ਮੁੱਖ ਪ੍ਰਬੰਧਕ ਥਾਪਿਆ ਗਿਆ। ਉੱਥੋਂ ਨਿਗਰਾਨੀ ਕਰਦੇ ਨੇ ਔਰ ਉੱਥੇ ਹੀ ਫਿਰ
ਜਿੰਨੀਆਂ ਵੀ ਸੇਵਾਵਾਂ ਹੋਈਆਂ ਨੇ ਉਹਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਉਹਨਾਂ ਨੇ ਜਦੋਂ ਮੀਰੀ ਪੀਰੀ ਦੀ 2 ਤਲਵਾਰਾਂ ਧੰਨ ਕੀਤੀਆਂ ਨੇ, ਬਾਬਾ ਬੁੱਢਾ ਜੀ ਨੇ ਪਹਿਨਾਈਆਂ ਨੇ, ਤਾਂ ਹਕੂਮਤ ਨਾਲ ਟੱਕਰਾਂ ਹੋਣੀਆਂ ਸੁਭਾਵਿਕ ਨੇ। ਔਰ ਬਾਬਾ ਬੁੱਢਾ ਜੀ ਜਿਨ੍ਹਾਂ ਦੀ ਉਮਰ ਹੁਣ 100 ਤੋਂ ਉੱਪਰ ਟੱਪ ਚੁੱਕੀ ਏ, ਇਹਨਾਂ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਹੁਣ ਜੋ ਮੈਂ ਆ ਉਹ ਮੈਂ ਸੇਵਾ ਹੀ ਆਪਣੇ ਨਗਰ ਵਿੱਚ ਜਾ ਕੇ, ਕਿਉਂਕਿ ਕਾਫੀ ਸਮਾਂ ਬੀੜ ਸਾਹਿਬ ਵਿੱਚ ਟਿਕੇ ਰਹੇ ਨੇ, ਔਰ ਬੀੜ ਸਾਹਿਬ ਵਿੱਚ ਤੋਂ ਹੁਣ ਉਹ ਆਪਣੇ ਨਗਰ ਜੋ ਉਹਨਾਂ ਦਾ ਆਪਣਾ ਰਮਦਾਸ ਜਿਹੜਾ ਨਗਰ ਹੈ ਉਹ ਉੱਥੇ ਆਉਣਾ ਚਾਹੁੰਦੇ ਨੇ। ਤੇ ਬਾਬਾ ਬੁੱਢਾ ਜੀ ਫਿਰ ਰਮਦਾਸ ਆ ਜਾਂਦੇ ਨੇ। ਰਮਦਾਸ ਵਿੱਚ ਆ ਕੇ ਉਹ ਭਜਨ ਬੰਦਗੀ ਵਿੱਚ ਜੁੜ ਜਾਂਦੇ ਨੇ। ਸਾਰਾ ਦਿਨ ਉਸ ਪਰਮਾਤਮਾ ਦੀ ਸਿਫਤ, ਉਹਦੀ ਸਲਾਹ, ਉਹਦੀਆਂ ਵਡਿਆਈਆਂ ਕਰਦੇ ਰਹਿਣਾ, ਹਰ ਸਮੇਂ ਉਸ ਅਕਾਲ ਪੁਰਖ ਨਾਲ ਜੁੜੇ ਰਹਿਣਾ। ਪਰ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਪਿਤਾ ਦੇ ਵਸਾਏ ਹੋਏ ਨਗਰ ਹਰਗੋਬਿੰਦਪੁਰੇ ਵਿੱਚ ਰਹਿੰਦੇ ਨੇ, ਤਾਂ ਇੱਕ ਵਾਰੀ ਬਾਬਾ ਬੁੱਢਾ ਜੀ ਉੱਥੇ ਗਏ ਔਰ ਗੁਰੂ ਹਰਗੋਬਿੰਦ ਸਾਹਿਬ ਜੀ ਦਰਸ਼ਨ ਕੀਤੇ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਪਾਤਸ਼ਾਹ ਜੀ ਹੁਣ ਮੈਂ ਰਮਦਾਸ ਵਿੱਚ ਟਿਕਣਾ ਹੈ, ਆਪ ਜੀ ਕਿਰਪਾ ਕਰਨੀ, ਜਦੋਂ ਵੀ ਮੈਂ ਆਪ ਜੀ ਦੇ ਅੱਗੇ ਅਰਜ਼ ਕਰਾਂ, ਅਰਜ਼ੋਈ ਕਰਾਂ, ਆਪ ਜੀ ਨੂੰ ਯਾਦ ਕਰਾਂ, ਤੁਸੀਂ ਮੈਨੂੰ ਦਰਸ਼ਨ ਜ਼ਰੂਰ ਦੇਣੇ। ਪਰ ਇਤਿਹਾਸ ਨੇ ਤਾਂ ਇਹ ਵੀ ਲਿਖਿਆ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਗੁਰਤਾ ਗੱਦੀ ਤੇ ਵਿਰਾਜਮਾਨ ਨੇ, ਤਾਂ ਬਾਬਾ ਬੁੱਢਾ ਜੀ ਬੇਸ਼ੱਕ ਕਾਫੀ ਬਿਰਧ ਉਮਰ ਹੋ ਗਈ ਉਹਨਾਂ ਦੀ, ਪਰ ਫਿਰ ਵੀ ਉਹ ਰਮਦਾਸ ਤੋਂ ਪੈਦਲ ਤੁਰ ਕੇ ਆਉਂਦੇ ਨੇ ਗੁਰੂ ਸਾਹਿਬ ਜੀ ਦਰਸ਼ਨ ਕਰਨ ਵਾਸਤੇ, ਗੁਰੂ ਹਰਗੋਬਿੰਦ ਸਾਹਿਬ ਜੀ ਦੇ, ਔਰ ਦਰਸ਼ਨ ਕਰਕੇ ਗਦਗਦ ਹੋ ਕੇ ਜਾਂਦੇ ਨੇ। ਬੇਸ਼ੱਕ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਨੇ ਕਿ ਮਾਣ ਸਤਿਕਾਰ ਵਜੋਂ ਜਦੋਂ ਬਾਬਾ ਬੁੱਢਾ ਜੀ ਆਉਂਦੇ ਸਨ ਤੇ ਉੱਠ ਕੇ ਖੜੇ ਹੋ ਜਾਂਦੇ ਸਨ, ਪਰ ਬਾਬਾ ਬੁੱਢਾ ਜੀ ਹਮੇਸ਼ਾ ਹੀ ਆਪਣੀ ਸੇਵਕੀ, ਜੋ ਉਹਨਾਂ ਨੇ ਸਿੱਖੀ ਸੇਵਕੀ ਸੀ, ਉਹਦੇ ਵਿੱਚ ਪਰਪੱਕ ਰਹੇ, ਗੁਰੂ ਦੇ ਚਰਨ ਪਕੜਦੇ ਸਨ, ਗੁਰੂ ਸਾਹਿਬ ਜੀ ਨੂੰ ਨਮਸਕਾਰ ਕਰਦੇ ਸਨ। ਤੇ ਜਦੋਂ ਬਾਬਾ ਬੁੱਢਾ ਜੀ ਦਾ ਅੰਤਿਮ ਸਮਾਂ ਆਇਆ, ਜਦੋਂ ਉਹਨਾਂ ਨੇ ਇਸ ਸੰਸਾਰ ਤੋਂ ਜਾਣਾ ਹੈ, ਤਾਂ ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਯਾਦ ਕੀਤਾ। ਹਰਗੋਬਿੰਦ ਜੀ ਕੋਲ ਮੈਸੇਜ ਪਹੁੰਚਦਾ ਹੈ, ਸੰਦੇਸ਼ਾ ਆਉਂਦਾ ਹੈ, ਤੇ ਗੁਰੂ ਹਰਗੋਬਿੰਦ ਸਾਹਿਬ ਜੀ ਉਸੇ ਵੇਲੇ ਹੀ ਬਾਬਾ ਬੁੱਢਾ ਜੀ ਦੇ ਨਗਰ ਰਮਦਾਸ ਪਹੁੰਚ ਜਾਂਦੇ ਨੇ। ਉਹ ਜਾ ਕੇ ਦਰਸ਼ਨ ਦਿੰਦੇ ਨੇ। ਬਿਰਧ ਅਵਸਥਾ ਹੈ, ਗੁਰੂ ਸਾਹਿਬ ਜੀ ਦੇ ਜਾ ਕੇ ਬਾਬਾ ਜੀ ਨੂੰ ਨਮਸਕਾਰ ਕੀਤੀ, ਸਤ ਕਰਤਾਰ ਕਿਹਾ, ਤੇ ਬਾਬਾ ਜੀ ਬੁੱਢਾ ਜੀ ਉੱਠ ਕੇ ਬੈਠ ਗਏ। ਗੁਰੂ ਸਾਹਿਬ ਜੀ ਦੇ ਦਰਸ਼ਨ ਕਰਕੇ ਉਹ ਧੰਨ ਧੰਨ ਹੋ ਗਏ। ਹੁਣ ਇਹ ਜੋ ਸਮਾਂ ਹੈ ਬਹੁਤ ਹੀ ਸੋਹਣਾ ਹੈ, ਕਿਉਂਕਿ ਬਾਬਾ ਬੁੱਢਾ ਜੀ ਦੀ ਜੋ ਉਮਰ ਹੈ ਉਹ ਕਰੀਬ 125 ਸਾਲ ਦੀ। ਉਹ ਮੇਰੇ ਖਿਆਲ ਨਾਲ ਅਗਰ ਸਿੱਖਾਂ ਵਿੱਚ ਦੇਖਿਆ ਜਾਏ ਤਾਂ ਇਹ ਸਭ ਤੋਂ ਲੰਮੇਰੀ ਉਮਰ ਹੈ। ਤੇ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ 6 ਗੁਰੂਆਂ ਦੇ ਦਰਸ਼ਨ ਜੋ ਨੇ ਉਹ ਬਾਬਾ ਬੁੱਢਾ ਜੀ ਨੇ ਕੀਤੇ, ਔਰ 6 ਦੇ ਵਿੱਚੋਂ 5 ਗੁਰੂਆਂ ਨੂੰ ਜੋ ਗੁਰਿਆਈ ਦੀ ਮਰਿਆਦਾ ਹੈ, ਗੁਰਾਈ ਤੇ ਬਿਠਾਉਣ ਦੀ ਜੋ ਰਸਮ ਹੈ, ਉਹ ਬਾਬਾ ਬੁੱਢਾ ਜੀ ਨੇ ਆਪਣੇ ਹੱਥੀਂ ਨਿਭਾਈ ਹੈ, ਆਪ ਗੁਰਤਾ ਗੱਦੀ ਦੇ ਉੱਤੇ ਬਿਠਾਇਆ ਹੈ। ਔਰ 6 ਗੁਰੂਆਂ ਦੇ ਦਰਸ਼ਨ ਕਰਕੇ ਬਾਬਾ ਬੁੱਢਾ ਜੀ ਦੇ ਚਿਹਰੇ ਦੇ ਉੱਤੇ ਹਮੇਸ਼ਾ ਹੀ ਰੌਣਕ ਰਹਿੰਦੀ ਸੀ। ਉਹਨਾਂ ਦਾ ਚਿਹਰਾ ਹਮੇਸ਼ਾ ਹੀ ਚਮਕਦਾ ਸੀ, ਮਹਿਕਦਾ ਸੀ। ਉਹਨਾਂ ਦੇ ਚਿਹਰੇ ਦੇ ਉੱਤੇ ਇੱਕ ਨੂਰਾਨੀ ਪ੍ਰਕਾਸ਼ ਸੀ। ਅੰਮ੍ਰਿਤ ਵੇਲਾ ਹੁੰਦਾ ਹੈ, ਸਾਰੇ ਸਿੰਘ ਉੱਠਦੇ ਨੇ, ਗੁਰੂ ਕੇ ਸਿੱਖ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਬਾਬਾ ਭਾਈ ਗੁਰਦਾਸ ਜੀ ਵੀ ਨੇ, ਜੇਠਾ ਜੀ ਵੀ ਨੇ, ਬਿਧੀ ਚੰਦ ਜੀ ਵੀ ਨੇ, ਸਾਰੇ ਸਿੱਖ ਨੇ। ਔਰ ਉਸ ਬਿਰਧ ਬਾਬੇ ਦੇ ਕੋਲ ਪਹੁੰਚੇ ਨੇ ਜਿਨ੍ਹਾਂ 6 ਪਾਤਸ਼ਾਹੀਆਂ ਨੂੰ ਆਪਣੀ ਅੱਖਾਂ ਨਾਲ ਤੱਕਿਆ ਹੈ, ਤੇ ਉਹਨਾਂ ਦੀ ਵਿਦਾਈ ਦਾ ਸਮਾਂ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਵੀ ਸਮਝ ਗਏ ਨੇ ਕਿ ਹੁਣ ਬਾਬਾ ਜੀ ਇਸ ਸੰਸਾਰ ਤੋਂ ਜਾਣ ਵਾਲੇ ਨੇ। ਕਹਿੰਦੇ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਬਾਬਾ ਬੁੱਢਾ ਜੀ ਨੇ ਸੰਥਿਆ ਲਈ ਸੀ, ਸਿੱਖਿਆ ਲਈ ਸੀ, ਤੇ ਉਹ ਸੰਥਿਆ ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵੀ ਦਿੱਤੀ ਸੀ। ਤੇ ਅੱਜ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬੇਨਤੀ ਕੀਤੀ ਹੈ ਕਿ ਜੋ ਗੁਰੂ ਨਾਨਕ ਸਾਹਿਬ ਜੀ ਤੋਂ ਤੁਸੀਂ ਜਪਜੀ ਸਾਹਿਬ ਲਿਆ ਸੀ, ਸਿੱਖਿਆ ਸੀ, ਉਸ ਦਾ ਪਾਠ ਸੁਣਾਓ।
ਬਾਬਾ ਬੁੱਢਾ ਜੀ ਨੇ ਜਪਜੀ ਸਾਹਿਬ ਜੀ ਦਾ ਉਹ ਪਾਠ ਕੀਤਾ। ਪਾਠ ਕਰਦਿਆਂ ਕਰਦਿਆਂ ਉਹ ਅਵਸਥਾ ਜੋ ਸੀ ਉਹ ਬਿਆਨੀ ਨਹੀਂ ਜਾ ਸਕਦੀ। ਇੰਨੀ ਰੂਹਾਨੀ ਸ਼ਕਤੀ ਸੀ ਬਾਬਾ ਬੁੱਢਾ ਜੀ ਦੇ ਵਿੱਚ, ਉਹਨਾਂ ਦਾ ਚਿਹਰਾ ਗਦਗਦ ਕਰਦਾ ਸੀਗਾ। ਗੁਰੂ ਜੀ ਦੇ ਬਚਨ ਪਾ ਕੇ ਬਾਬਾ ਬੁੱਢਾ ਜੀ ਨੇ ਜਪਜੀ ਸਾਹਿਬ ਜੀ ਦੀ ਬਾਣੀ ਸ਼ੁਰੂ ਕੀਤੀ। ਫਿਰ ਜਦੋਂ ਸ਼ਲੋਕ ਪੜ੍ਹਿਆ, ਜਿਨੀ ਨਾਮ ਧਿਆਇਆ ਗਏ ਮਸ਼ੱਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ। ਸ਼ਲੋਕ ਪੜ੍ਹਨ ਤੋਂ ਬਾਅਦ ਬਾਬਾ ਜੀ ਨੇ ਜਦੋਂ ਮੱਥਾ ਟੇਕਿਆ ਤੇ ਫਿਰ ਉਹਨਾਂ ਨੇ ਉਹ ਮੱਥਾ ਉੱਪਰ ਨਹੀਂ ਚੁੱਕਿਆ। ਇੰਨੇ ਸੋਹਣੇ ਤਰੀਕੇ ਦੇ ਨਾਲ ਇਤਿਹਾਸ ਨੇ ਲਿਖਿਆ ਹੈ ਕਿ ਉਹ ਉਸ ਰੱਬੀ ਜੋਤ ਦੇ ਵਿੱਚ ਵਲੀਨ ਹੋ ਗਏ। ਜਿੱਥੋਂ ਇਹ ਬੂੰਦ ਆਈ ਸੀ ਅੱਜ ਉਹ ਸਮੁੰਦਰ ਦੇ ਵਿੱਚ ਸਮਾ ਗਈ। ਜਿਹੜੀ ਜੋਤ ਜਦ ਕਦੇ ਕਹਿੰਦੀ ਸੀ ਕਿ ਮੈਨੂੰ ਮੌਤ ਤੋਂ ਡਰ ਲੱਗਦਾ ਹੈ, 125 ਸਾਲ ਦੀ ਉਮਰ ਹੰਢਾ ਕੇ ਬੇਅੰਤ ਸਿੱਖੀ ਦਾ ਜਸ ਫੈਲਾ ਕੇ 6 ਗੁਰੂਆਂ ਦੇ ਦਰਸ਼ਨ ਪਾ ਕੇ ਸਿੱਖੀ ਦਾ ਜੋ ਬੂਟਾ ਹੈ ਉਹਨੂੰ ਵਧਾ ਕੇ ਤੇ ਵਾਧਿਆਂ ਵੇਖ ਕੇ ਔਰ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਝੋਲੀ ਦੇ ਵਿੱਚ ਉਹਨਾਂ ਨੇ ਅੱਜ ਆਪਣੇ ਪ੍ਰਾਣ ਤਿਆਗੇ ਔਰ ਇਸ ਸੰਸਾਰ ਤੋਂ ਗਏ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਉਹਨਾਂ ਨੇ ਆਪਣੇ ਹੱਥੀਂ ਗੁਰੂ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਦਾ ਅੰਗੀਠਾ ਸਜਾਇਆ, ਚੰਦਨ ਦੀਆਂ ਲੱਕੜਾਂ ਲਾਈਆਂ ਗਈਆਂ। ਸੰਗਤਾਂ ਦੂਰੋਂ ਦੁਰਾਡਿਓਂ ਜਿਨ੍ਹਾਂ ਨੂੰ ਵੀ ਪਤਾ ਲੱਗਿਆ ਹੁਮ ਹੁਮਾ ਕੇ ਪਹੁੰਚੀਆਂ ਤੇ ਬਾਬਾ ਬੁੱਢਾ ਜੀ ਨੂੰ ਆਪਣੇ ਹੱਥੀਂ ਅਗਨ ਭੇਟ ਕੀਤੀ। ਐਸੇ ਬਾਬਾ ਬੁੱਢਾ ਜੀ ਸਨ ਜਿਨ੍ਹਾਂ ਦਾ ਮਾਣ ਸਤਿਕਾਰ ਸਿੱਖ ਪੰਥ ਵਿੱਚ ਬਹੁਤ ਜ਼ਿਆਦਾ ਹੈ। ਇੱਕ ਨਗਰ ਤੋਂ ਉੱਠ ਕੇ ਤੇ ਪੂਰੀ ਦੁਨੀਆ ਵਿੱਚ ਉਹਨਾਂ ਦਾ ਜਸ ਫੈਲ ਗਿਆ। ਧੰਨ ਨੇ ਬਾਬਾ ਬੁੱਢਾ ਜੀ, ਧੰਨ ਨੇ ਗੁਰੂ ਤੇ ਧੰਨ ਨੇ ਗੁਰੂ ਦੇ ਸਿੱਖ ਜਿਨ੍ਹਾਂ ਨੇ ਸਿੱਖੀ ਕਮਾਈ, ਜਿਨ੍ਹਾਂ ਨੇ ਕਾਹਲ ਕਮਾਈ ਕੀਤੀ। ਐਸੇ ਗੁਰੂ ਤੋਂ, ਐਸੇ ਗੁਰੂ ਦੇ ਸਿੱਖਾਂ ਤੋਂ ਸਾਨੂੰ ਹਮੇਸ਼ਾ ਹੀ ਬਲਿਹਾਰੇ ਤੇ ਸਦਕੇ ਜਾਣਾ ਚਾਹੀਦਾ ਹੈ। ਉਹਨਾਂ ਦੇ ਜੀਵਨ ਤੋਂ ਸਿੱਖਿਆ ਲੈ ਕੇ ਸਾਨੂੰ ਆਪਣੇ ਜੀਵਨ ਨੂੰ ਰਚਨਾਉਣਾ ਚਾਹੀਦਾ ਹੈ। ਜੋ ਖੁਸ਼ੀਆਂ ਬਾਬਾ ਬੁੱਢਾ ਜੀ ਨੇ 6 ਗੁਰੂਆਂ ਤੋਂ ਲਈਆਂ ਸਨ ਉਹ ਉਹਨਾਂ ਨੇ ਸਾਰੇ ਸੰਸਾਰ ਨੂੰ ਵੰਡੀਆਂ ਨੇ ਤੇ ਉਹਨਾਂ ਖੁਸ਼ੀਆਂ ਨੂੰ ਅਸੀਂ ਵੀ ਪ੍ਰਾਪਤ ਕਰਕੇ ਬਾਬੇ ਬੁੱਢੇ ਜੀ ਦੇ ਪਾਏ ਹੋਏ ਪੂਰਨਿਆਂ ਤੇ ਚੱਲ ਕੇ ਸੇਵਾ ਕਰਕੇ ਕਾਹਲ ਕਮਾਈ ਕਰਕੇ ਹੱਥੀਂ ਕੰਮ ਕਰਕੇ ਮਾਨਵਤਾ ਦੇ ਭਲੇ ਵਾਸਤੇ ਕੁਝ ਕਰਕੇ ਸਾਨੂੰ ਵੀ ਇਸ ਸੰਸਾਰ ਦੇ ਵਿੱਚੋਂ ਜਾਣਾ ਚਾਹੀਦਾ ਹੈ। ਤਾਂ ਹੀ ਸਾਡੇ ਇਹ ਮਨਾਏ ਹੋਏ ਉਤਸਵ ਸਫਲ ਹੋ ਸਕਦੇ ਨੇ। ਸੋ ਗੁਰੂ ਪਿਆਰੀ ਸਾਧ ਸੰਗਤ ਜੀਓ, ਬਾਬਾ ਬੁੱਢਾ ਜੀ ਦਾ ਇਤਿਹਾਸ, ਉਹਨਾਂ ਦਾ ਜੀਵਨ ਪੜ੍ਹਦੇ ਹਾਂ, ਸੇਵਾ ਕਰਦੇ ਹਾਂ, ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਨੇ। ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣਯੋਗ ਹੈ ਜੀ, ਬਖਸ਼ ਲੈਣ। ਅਖੀਰ ਵਿੱਚ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।